बुद्ध प्रभ तुच्छ हमारी, बरन सकै महिमा जो तुहारी। हम न सकत कर सिफत तुम्हारी, आप लेहो तुम कथा सुधारी। हम न सकत कर सिफत तुम्हारी, आप लेहो तुम कथा सुधारी। ज्यों बुलावे त्यों बोले स्वामी, कुदरत कवन हमारी। साध संग नानक जस गायो, जो प्रभ की अत प्यारी। साध संग नानक जस गायो, जो प्रभ की अत प्यारी। जिता जियो पिंड सब तेरा, तू अंतर जामी पुरख भगवान। दासन दास कह जान नानक, जेहा तू कराए है तेहा हों करी वखियान। दासन दास कह जन नानक, जेहा तू कराए है तेहा हों करी वखियान। सुकाओ होटल गुर सेवियै, अहनस सहज सुभाए। दर्शन परसियै गुरु के, जन्म मरण दुख जाए। होवै सिफत खसंबंधी, नूर अरसों कुरसों चटियै। तुध डिठे सच्चे पातशाह, मल जन्म जन्म दी कटियै। तुध डिठे सच्चे पातशाह, मल जन्म जन्म दी कटियै। सतनाम श्री वाहिगुरु साहिब जीओ। सोही महला तीजा, काया कामन अत सवालियो। पिर वसे जिस नाले, पिर सच्चे ते सदा सुहागण। गुर का शब्द संभाला, हर की भगत सदा रंग राता। हऊँ मैं विचों जाले, वाहो आहो पूरे गुर की बाणी। पूरे गुर ते उपजी साच समाणी। काया कामन अत सवालियो, पिर वसे जिस नाले। वाहिगुरु जी का खालसा, वाहिगुरु जी की फतेह। सतगुरां दी साजी नवाजी गुरु की संगत। सतगुरु जियां ने ਅੰਮ੍ਰਿਤ ਵੇਲੇ ਦਾ ਇਹ ਸਮਾਂ ਬਖਸ਼ਿਸ਼ ਕੀਤਾ ਹੈ, ਜੋ ਆਪ ਸੰਗਤਾਂ ਸਤਿਗੁਰਾਂ ਦੀ ਗੁਰਬਾਣੀ ਪੜ੍ਹ ਕੇ ਸਰਵਨ ਕਰਕੇ ਇਸ ਮਨੁੱਖਾ ਜਨਮ ਦਾ ਵੱਡਾ ਭਾਰੀ ਲਾਭ ਪ੍ਰਾਪਤ ਕਰ ਰਹੇ ਹੋ।
ਇਸ ਵੇਲੇ ਸਤਿਗੁਰੂ ਜੀ ਜੋ ਸਾਨੂੰ ਲੜੀਵਾਰ ਕਥਾ ਦੇ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਨੇ, ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੀ ਮਹਲਾ ਤੀਜਾ। ਸੋਹੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ, ਜਿਨ੍ਹਾਂ ਦੇ ਬਾਬਤ ਭੱਟਾਂ ਨੇ ਬਚਨ ਕੀਤੇ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਐਸੇ ਸਤਿਗੁਰੂ ਮਹਾਰਾਜ ਸਾਹਿਬ ਜੀ, ਇਹ ਪਾਵਨ ਪਵਿੱਤਰ ਜੋ ਉਪਦੇਸ਼ ਹੈ, ਇਹ 754 ਅੰਗ ਦੇ ਉੱਪਰ ਇਹ ਸ਼ਬਦ ਮਹਾਰਾਜ ਜੀਆਂ ਨੇ ਅੰਕਿਤ ਕੀਤਾ, ਲਿਖਿਆ ਹੈ। ਗੁਰੂ ਅਮਰਦਾਸ ਮਹਾਰਾਜ ਜੀ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਦੇ ਹਨ। ਕਾਇਆ ਕਾਮਣ ਹੱਥ ਸਵਾਲਿਓ, ਪਿਰ ਵਸੈ ਜਿਸ ਨਾਲੇ। ਮਹਾਰਾਜ ਬਖਸ਼ਿਸ਼ ਕਰਦੇ, ਕਹਿਣ ਲੱਗੇ ਉਹ ਕਾਇਆ, ਉਹ ਸਰੀਰ, ਅਤ ਸਵਾਲਿਓ, ਅਤਿਅੰਤ ਕਹਿ ਲਈਏ ਸੁੰਦਰ ਹੈ, ਜਿਸ ਸਰੀਰ ਦੇ ਨਾਲ ਪਰਮਾਤਮਾ ਵਸਦਾ ਹੈ। ਜਿਸ ਸਰੀਰ ਨੂੰ, ਜਿਸ ਦੇਹੀ ਨੂੰ ਪਰਮਾਤਮਾ ਪ੍ਰਾਪਤ ਹੋ ਗਿਆ ਨਾ ਗੁਰਮੁਖੋ, ਉਹ ਦੇਹੀ ਜਿਹੜੀ ਹੈ ਉਹ ਅਤ ਦੀ ਸੁੰਦਰ ਹੈ। ਦੁਨਿਆਵੀ ਤੌਰ ਤੇ ਜਿਹਦੇ ਨੈਣ ਨਕਸ਼ ਬੜੇ ਚੰਗੇ ਤਿੱਖੇ ਹੋਣ, ਰੰਗ ਰੂਪ ਗੋਰਾ ਹੋਵੇ, ਉਸ ਨੂੰ ਆਪਾਂ ਸੁੰਦਰ ਸਮਝਦੇ ਹਾਂ। ਪਰ ਮਹਾਰਾਜ ਕਹਿਣ ਲੱਗੇ ਇੱਥੇ ਸਰੀਰ ਦੇ ਅੰਗਾਂ ਦੀ ਜਾਂ ਰੰਗ ਦੀ ਸੁੰਦਰਤਾਈ ਦੀ ਗੱਲ ਨਹੀਂ ਹੈ। ਇੱਥੇ ਗੱਲ ਇਹ ਹੈ ਵੀ ਜਿਸ ਸਰੀਰ ਨੇ ਪਰਮਾਤਮਾ ਨੂੰ ਪਾਲਿਆ ਹੈ, ਉਹ ਸਰੀਰ, ਉਹ ਦੇਹ ਜਿਹੜੀ ਹੈ ਉਹ ਭਾਈ ਬਹੁਤੀ ਸੋਹਣੀ ਹੈ, ਜਿਸ ਦੇਹੀ ਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ। ਨਹੀਂ ਤੇ ਮਹਾਰਾਜ ਦੇ ਬਚਨ ਨੇ ਕਹਿਣ ਲੱਗੇ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਆ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਭਾਵੇਂ ਦੁਨਿਆਵੀ ਤੌਰ ਤੇ ਕਿੰਨਾ ਵੀ ਸੋਹਣਾ ਕਿਉਂ ਨਾ ਹੋਵੇ, ਕਿੰਨਾ ਵੀ ਧਨਾੜ ਕਿਉਂ ਨਾ ਹੋਵੇ, ਕਿੰਨਾ ਵੀ ਸਿਆਣਾ ਔਰ ਵਿਦਵਾਨ ਕਿਉਂ ਨਾ ਹੋਵੇ, ਰੱਬ ਦੇ ਨਾਲ ਜੇ ਪ੍ਰੇਮ ਨਹੀਂ ਤੇ ਉਹ ਮਿਰਤਕ ਹੈ, ਉਹ ਜਿਉਂਦਾ ਹੀ ਨਹੀਂ ਹੈ। ਇੱਥੇ ਮਹਾਰਾਜ ਜੀਆਂ ਨੇ ਸਰੀਰ ਦੀ ਸੁੰਦਰਤਾਈ ਨੂੰ ਨਹੀਂ ਆਖਿਆ ਹੈ ਵੀ ਜਿਹਦੇ ਨੈਣ ਨਕਸ਼ ਸੋਹਣੇ ਹੋਣਗੇ, ਰੰਗ ਰੂਪ ਗੋਰਾ ਚਿੱਟਾ ਲੰਮਾ ਜਵਾਨ ਹੋਵੇ, ਉਹਦਾ ਇੱਥੇ ਨਾਮ ਨਹੀਂ ਹੈ। ਨਾਮ ਇੱਥੇ ਉਸ ਦਾ ਹੈ ਜਿਸ ਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ। ਜਿਸ ਦੇਹੀ ਨੇ, ਜਿਸ ਸਰੀਰ ਨੇ ਕਾਇਆ ਕਾਮਨ ਅਤ ਸਵਾਲਿਓ, ਪਿਰ ਵਸੈ ਜਿਸ ਨਾਲੇ। ਪਤੀ ਪਰਮਾਤਮਾ ਜਿਸ ਸਰੀਰ ਦੇ ਨਾਲ ਵਸਦਾ ਹੈ, ਜਿਸ ਸਰੀਰ ਨੇ ਉਸ ਨੂੰ ਪ੍ਰਾਪਤ ਕਰ ਲਿਆ ਹੈ, ਮਹਾਰਾਜ ਕਹਿਣ ਲੱਗੇ ਉਹ ਦੇਹ ਭਾਈ ਬਹੁਤੀ ਸੁੰਦਰ ਹੈ, ਉਹ ਸੁੰਦਰ ਸਰੀਰ ਹੈ ਜਿਸ ਨੇ ਉਸ ਨੂੰ ਪ੍ਰਾਪਤ ਕੀਤਾ ਹੈ। ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਕਾਇਆ ਕਾਮਣ ਅਤ ਸਵਾਲਿਓ, ਪਿਰ ਵਸੈ ਜਿਸ ਨਾਲੇ। ਉਹ ਸਵਾਲਿਓ ਤੋਂ ਭਾਵ ਲੈ ਲੈਂਦੇ ਸੁਖੀ, ਕਹਿਣ ਲੱਗੇ ਭਾਈ ਉਹ ਸਰੀਰ ਸੁਖੀ ਹੈ ਜਿਸ ਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ। ਨਹੀਂ ਤੇ ਜਿਹਨੂੰ ਮਰਜ਼ੀ ਪੁੱਛ ਲਈਏ, ਦੁੱਖ ਕੀਆਂ ਗੰਢਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਕਿਸੇ ਨੂੰ ਲੰਮੇ ਨੂੰ, ਜਵਾਨ ਨੂੰ, ਸੋਹਣੇ ਨੂੰ, ਸੁਨੱਖੇ ਨੂੰ, ਤਾਕਤਵਰ ਨੂੰ ਪੁੱਛ ਲਾ, ਭਾਈ ਤੈਨੂੰ ਸਾਰੇ ਸੁੱਖ ਹੀ ਹੋਣਗੇ। ਨਹੀਂ, ਉਹ ਕਹੇਗਾ ਮੈਨੂੰ ਸੁੱਖ ਨਹੀਂ, ਮੈਨੂੰ ਤੇ ਆ ਵੀ ਦੁੱਖ ਹੈ, ਮੈਨੂੰ ਤੇ ਆ ਵੀ ਦੁੱਖ ਹੈ। ਇਹ ਜਿਹੜੇ ਬਾਕੀ ਸਰੀਰ ਨੇ, ਦੇਹਾਂ ਨੇ, ਇਹ ਤੇ ਦੁੱਖ ਦੀਆਂ ਨਾਲ ਦੁਖੀ ਨੇ। ਕੋਈ ਕਿਸੇ ਨੂੰ ਦੁੱਖ ਲੱਗਾ, ਕੋਈ ਕਿਸੇ ਨੂੰ ਦੁੱਖ ਲੱਗਾ ਹੈ। ਪਰ ਮਹਾਰਾਜ ਕਹਿਣ ਲੱਗੇ ਜਿਸ ਦੇਹੀ ਨੇ ਪਰਮਾਤਮਾ ਨੂੰ ਪਾਲਿਆ ਨਾ, ਤੇ ਮਹਾਰਾਜ ਕਹਿਣ ਲੱਗੇ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਨ। ਜਿਹਨੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ, ਫਿਰ ਉਹ ਸਰੀਰਕ ਦੁੱਖ ਨੂੰ ਦੁੱਖ ਮੰਨਦਾ ਹੀ ਨਹੀਂ ਹੈ। ਉਹ ਸਰੀਰ ਕਰਕੇ ਸਦਾ ਵਾਸਤੇ ਸੁਖੀ ਹੋ ਜਾਂਦਾ ਹੈ, ਉਹਦੇ ਦੁੱਖ ਸਾਰੇ ਕੱਟੇ ਜਾਂਦੇ। ਪਰ ਇਹ ਦਾਤ ਉਹਨਾਂ ਨੂੰ ਮਿਲੀ ਹੈ ਜਿਨ੍ਹਾਂ ਨੂੰ ਪ੍ਰਮਾਤਮਾ ਪ੍ਰਾਪਤ ਹੋਇਆ ਹੈ। ਫਿਰ ਬਖਸ਼ਿਸ਼ ਕਰਦੇ ਹਨ। ਕਾਇਆ ਕਾਮਣ ਅਤ ਸਵਾਲਿਓ,
ਪਿਰ ਵਸੈ ਜਿਸ ਨਾਲੇ। ਸਤਿਗੁਰੂ ਜੀ ਬਖਸ਼ਿਸ਼ ਕਰਦੇ, ਗੁਰਮੁਖੋ ਕਾਇਆ ਨਾਮ ਬੁੱਧੀ ਦਾ ਹੈ। ਬੁੱਧੀ ਕਹਿ ਲਈਏ ਸਾਡੀ ਅਕਲ ਸਮਝ। ਮਹਾਰਾਜ ਕਹਿਣ ਲੱਗੇ ਕਾਇਆ ਕਾਮਨ ਅਤ ਸਵਾਲਿਓ। ਇਹ ਬੁੱਧੀ ਰੂਪੀ ਜਿਹੜੀ ਇਸਤਰੀ ਹੈ ਨਾ, ਇਹ ਭਾਈ ਬਹੁਤ ਸੁੰਦਰ ਹੈ। ਉਹਨਾਂ ਦੀ ਬੁੱਧੀ ਸੁੰਦਰ ਹੈ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ। ਕਿਉਂਕਿ ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ। ਅਕਲੀ ਪੜ੍ਹ ਕੇ ਬੁੱਝੀਐ, ਇਹ ਮਹਾਰਾਜ ਦੇ ਬਚਨ ਨੇ। ਗੁਰੂ ਦੀ ਸੇਵਾ ਵੀ ਅਕਲ ਨਾਲ ਹੀ ਹੋਣੀ ਹੈ ਤੇ ਨਾਮ ਵੀ ਗੁਰੂ ਦੀ ਦਿੱਤੀ ਬਖਸ਼ਿਸ਼ ਅਕਲ ਦੇ ਨਾਲ ਹੀ ਜਪਿਆ ਜਾਣਾ ਹੈ। ਸਤਿਗੁਰੂ ਕਹਿਣ ਲੱਗੇ ਭਾਈ ਉਹਨਾਂ ਦੀ ਬੁੱਧੀ, ਉਹਨਾਂ ਦੀ ਅਕਲ ਬਹੁਤ ਭਾਰੀ ਸੁੰਦਰ ਹੈ, ਜਿਨ੍ਹਾਂ ਨੇ ਇਸ ਅਕਲ ਦੇ ਨਾਲ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਹੈ। ਦੁਨੀਆ ਵਿੱਚ ਦੁਨਿਆਵੀ ਅਕਲ ਵਾਲੇ ਤੇ ਬੜੇ ਮਿਲ ਜਾਣਗੇ। ਕਿਸੇ ਨੂੰ ਪੈਸਾ ਕਮਾਉਣ ਦਾ ਤਰੀਕਾ ਹੈ, ਕਿਸੇ ਨੂੰ ਦੁਨੀਆਦਾਰੀ ਦੇ ਵਿੱਚ ਜਾਣ ਪਛਾਣ ਬਣਾਉਣ ਦਾ ਤਰੀਕਾ ਹੈ। ਐਸੀ ਅਕਲ ਵਾਲੇ ਤੇ ਬਥੇਰੇ ਮਿਲ ਜਾਣਗੇ। ਕਿਸੇ ਨੂੰ ਵਪਾਰ ਕਰਨ ਦਾ ਤਰੀਕਾ ਹੈ, ਪਰ ਉਹ ਕੋਈ ਵਿਰਲਾ ਹੀ ਮਿਲੇਗਾ ਜਿਸ ਨੂੰ ਰੱਬ ਨੂੰ ਧਿਆਉਣ ਦਾ ਵੀ ਤਰੀਕਾ ਆ ਗਿਆ ਹੈ। ਸੋ ਸਤਿਗੁਰੂ ਕਹਿਣ ਲੱਗੇ ਕਾਇਆ ਕਾਮਨ ਅਤ ਸਵਾਲਿਓ। ਇਹ ਬੁੱਧੀ ਰੂਪੀ ਜਿਹੜੀ ਇਸਤਰੀ ਹੈ ਭਾਈ, ਇਹ ਬੜੀ ਭਾਰੀ ਸਵਾਲਿਓ ਸੁੰਦਰ ਹੈ। ਜਿਸ ਬੁੱਧੀ ਨੇ ਪ੍ਰਮਾਤਮਾ ਨੂੰ ਜਾਣ ਲਿਆ ਕਿ ਉਹ ਸਦਾ ਅੰਗ ਸੰਗੇ ਆਪੰਗੰਗ ਬੇਭੂਤੇ। ਜਿਸ ਅਕਲ ਨੇ ਇਹ ਗੱਲ ਸਮਝ ਲਈ ਨਾ ਵੀ ਪ੍ਰਮਾਤਮਾ ਬਿਲਕੁਲ ਮੇਰੇ ਨਾਲ ਹੀ ਹੈ ਭਾਈ, ਉਹ ਬੁੱਧੀ ਸਭ ਤੋਂ ਸਿਆਣੀ ਹੈ। ਉਹਦੀ ਅਕਲ ਸਭ ਤੋਂ ਸਿਆਣੀ ਹੈ, ਜਿਸ ਨੂੰ ਇਹ ਪਤਾ ਲੱਗ ਗਿਆ ਪਿਰ ਵਸੈ ਜਿਸ ਨਾਲੇ, ਜਿਹਦੇ ਨਾਲ ਪ੍ਰਮਾਤਮਾ ਵਸਦਾ ਹੈ। ਪਿਰ ਸੱਚੇ ਤੇ ਸਦਾ ਸੁਹਾਗਣ, ਗੁਰ ਕਾ ਸ਼ਬਦ ਸੰਭਾਲੈ। ਮਹਾਰਾਜ ਬਖਸ਼ਿਸ਼ ਕਰਦੇ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਸੰਭਾਲ ਕੀਤੀ ਹੈ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਜਪਿਆ ਹੈ। ਸ਼ਬਦ ਕਹਿ ਲਈਏ ਗੁਰਮੁਖੋ ਉਪਦੇਸ਼। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਜਪਿਆ ਹੈ, ਮਹਾਰਾਜ ਕਹਿਣ ਲੱਗੇ ਪਿਰ ਕੇ ਸੰਗ ਸਦਾ ਸੁਹਾਗਨ। ਉਹ ਜਿਹੜੀ ਜੀਵ ਇਸਤਰੀ ਹੈ, ਉਸਨੇ ਪਤੀ ਪ੍ਰਮਾਤਮਾ ਨੂੰ ਪਾ ਕੇ ਉਹ ਸਦਾ ਵਾਸਤੇ ਪਤੀ ਵਾਲੀ ਸੁਹਾਗਣ ਬਣ ਗਈ ਹੈ। ਸੁਹਾਗਣ ਉਹ ਬਣੀ ਹੈ ਜਿਹਨੇ ਗੁਰੂ ਦੇ ਸ਼ਬਦ ਨੂੰ ਸੰਭਾਲਿਆ ਹੈ। ਹਰ ਕੀ ਭਗਤ ਸਦਾ ਰੰਗ ਰਾਤਾ। ਜਿਹੜੇ ਗੁਰਮੁਖ ਹਰੀ ਦੀ ਭਗਤੀ ਵਿੱਚ ਲੱਗੇ ਹੋਏ, ਭੈਗਤ ਸੰਸਾਰ ਤੋਂ ਰਹਿਤ ਹੋਣ ਵਾਸਤੇ ਜਿਹੜੇ ਭਗਤੀ ਕਰਦੇ ਪਏ, ਨਾਮ ਜਪਦੇ ਪਏ, ਤੇ ਰੰਗ ਕਹੀਏ ਪ੍ਰੇਮ, ਰਾਤਾ ਕਹੀਏ ਤਦਾਕਾਰ, ਜਿਹੜੇ ਰੱਬ ਦੀ ਭਗਤੀ ਦੇ ਪ੍ਰੇਮ ਦੇ ਵਿੱਚ ਐ ਲਿਵਲੀਨ ਹੀ ਹੋ ਗਏ। ਦੁਨੀਆ ਉਹਨਾਂ ਨੂੰ ਭੁੱਲ ਹੀ ਗਈ ਹੈ, ਸੰਸਾਰ ਉਹਨਾਂ ਨੂੰ ਭੁੱਲ ਹੀ ਗਿਆ ਹੈ। ਰੱਬ ਦੀ ਭਗਤੀ ਦੇ ਵਿੱਚ ਇਹੋ ਜਿਹਾ ਮਸਤ ਹੋਏ, ਦੁਨੀਆ ਦਾ ਕੋਈ ਚੇਤਾ ਹੀ ਨਹੀਂ ਹੈ, ਦੁਨੀਆ ਦੇ ਬਾਰੇ ਕੋਈ ਸੋਝੀ ਸਮਝ ਨਹੀਂ ਹੈ। ਜਿਹੜੇ ਇਸ ਤਰ੍ਹਾਂ ਪ੍ਰਮਾਤਮਾ ਦੀ ਭਗਤੀ ਕਰਦੇ, ਦੁਨੀਆ ਨੂੰ ਭੁਲਾ ਕੇ ਜਿਹੜੇ ਨਿਰੰਕਾਰ ਨੂੰ ਜਪਦੇ ਹਨ, ਮੈਂ ਵਿੱਚੋਂ ਜਾਲੇ। ਉਹਨਾਂ ਨੇ ਆਪਣੇ ਅੰਦਰੋਂ ਹੰਗਤਾ ਤੇ ਮਮਤਾ, ਇਹ ਜਾਲੇ ਕਹੀਏ ਸਾੜ ਦਿੱਤੀਆਂ ਦੋਨੇ। ਹੰਗਤਾ ਕਹਿੰਦੇ ਹੰਕਾਰ ਨੂੰ ਤੇ ਮਮਤਾ ਕਹਿੰਦੇ ਮੋਹ ਨੂੰ। ਉਹਨਾਂ ਨੇ ਮੋਹ ਵੀ ਸਾੜ ਦਿੱਤਾ ਹੈ, ਉਹਨਾਂ ਨੇ ਹੰਕਾਰ ਵੀ ਸਾੜ ਦਿੱਤਾ ਹੈ। ਪਰ ਇਹ ਹੰਕਾਰ ਤੇ ਮੋਹ ਗੁਰਮੁਖੋ ਉਹਨਾਂ ਦਾ ਸੜਿਆ ਹੈ, ਜਿਨ੍ਹਾਂ ਨੇ ਰੱਬ ਦੀ ਭਗਤੀ ਦੇ ਨਾਲ ਪ੍ਰੇਮ ਕੀਤਾ ਹੈ, ਜਿਹੜੇ ਉਹਦੀ ਭਗਤੀ ਵਿੱਚ ਮਸਤ ਹੋ ਗਏ। ਮਮਤਾ ਮੋਹ ਉਹਨਾਂ ਦਾ ਖਤਮ ਹੋਇਆ ਹੈ। ਦੁਨੀਆ ਦੇ ਵਿੱਚ ਵੱਡੇ ਵੱਡੇ ਐਸੇ ਲੋਕ ਹੋਏ ਜਿਨ੍ਹਾਂ ਨੂੰ ਪਦਵੀਆਂ ਤੇ ਵੱਡੀਆਂ ਮਿਲ ਗਈਆਂ, ਨਾਂ ਤੇ ਦੁਨੀਆ ਵਿੱਚ ਅੱਜ ਵੀ ਉਹਨਾਂ ਦਾ ਹੈ, ਪਰ ਮੋਹ ਨੂੰ ਪਰੇ ਨਹੀਂ ਕਰ ਸਕੇ। ਇਤਿਹਾਸ ਵਿੱਚ ਬਚਨ ਆਉਂਦਾ ਨਾ, ਅਰਜਨ ਵਰਗੇ ਸੂਰਮੇ ਜਦੋਂ ਮਹਾਂਭਾਰਤ ਦਾ ਜੰਗ ਕੁਰੂਕਸ਼ੇਤਰ ਦੀ ਧਰਤੀ ਤੇ ਚੱਲਦਾ ਹੈ, ਕਿਸੇ ਸਿਪਾਹੀ ਨੇ ਆ ਕੇ ਖਬਰ ਦਿੱਤੀ ਅਰਜੁਨ ਤੇਰਾ ਪੁੱਤਰ ਮਾਰਿਆ ਗਿਆ ਜੰਗ ਦੇ ਮੈਦਾਨ ਵਿੱਚ। ਜਦੋਂ ਇਹ ਗੱਲ ਸੁਣੀ, ਆਪਣੇ ਹਥਿਆਰ ਉੱਥੇ ਸੁੱਟ ਕੇ ਤੇ ਉੱਚੀ ਉੱਚੀ ਰੋਣ ਲੱਗ ਪਿਆ। ਗੁਰਮੁਖੋ ਇਹ ਮੋਹ ਬੜੇ ਬਲ ਵਾਲਾ ਹੈ। ਇੱਥੇ ਤੇ ਅਰਜਨ ਵਰਗੇ ਜੰਗ ਮੈਦਾਨ ਦੇ ਵਿੱਚ ਰੋਂਦੇ ਵੇਖੇ ਗਏ, ਭਾਵੇਂ ਕਿ ਇਹ ਪਤਾ ਵੀ ਹੈ ਵੀ ਜੰਗ ਵਿੱਚ ਮਰਨਾ ਮਰਾਉਣਾ ਹੀ ਹੁੰਦਾ ਹੈ, ਪਰ ਇਹ ਪਤਾ ਹੋਣ ਦੇ ਬਾਵਜੂਦ ਇੰਨੇ ਵੱਡੇ ਸੂਰਮੇ ਨੂੰ ਦੁਨੀਆ ਨੇ ਜੰਗ ਵਿੱਚ ਰੋਂਦਾ ਵੇਖਿਆ ਹੈ। ਮਹਾਰਾਜ ਬਖਸ਼ਿਸ਼ ਕਰਦੇ ਕਹਿਣ ਲੱਗੇ ਭਾਈ, ਇਹ ਮੋਹ ਬੜਾ ਭਾਰੀ ਪ੍ਰਬਲ ਹੈ ਤੇ ਹੰਗਤਾ ਤੋਂ ਭਾਵ ਹੰਕਾਰ ਵੀ ਬੜੇ ਬਲ ਵਾਲਾ ਹੈ। ਇੱਥੇ ਤੇ ਹੰਕਾਰੀ ਲੋਕ ਵੀ ਰੋਂਦੇ ਦੁਨੀਆ ਨੇ ਵੇਖੇ ਨੇ, ਪਰ ਜਿਨ੍ਹਾਂ ਨੇ ਹਰ ਕੀ ਭਗਤ ਸਦਾ ਰੰਗ ਰਾਤਾ,
ਜਿਹੜੇ ਭਗਤੀ ਦੇ ਰੰਗ ਦੇ ਵਿੱਚ, ਭਗਤੀ ਦੇ ਪ੍ਰੇਮ ਦੇ ਵਿੱਚ ਰੰਗੇ ਗਏ, ਮਸਤ ਹੋ ਗਏ, ਉਹਨਾਂ ਨੇ ਹਉਮੈ ਨੂੰ ਵੀ ਸਾੜ ਲਿਆ ਹੈ, ਉਹਨਾਂ ਨੇ ਮੋਹ ਨੂੰ ਵੀ ਸਾੜ ਦੇਣਾ ਕੀਤਾ ਹੈ। ਵਾਹ ਵਾਹੋ ਪੂਰੇ ਗੁਰ ਕੀ ਬਾਣੀ। ਗੁਰਮੁਖੋ ਜਿਹੜੀ ਪੂਰਿਆਂ ਗੁਰਾਂ ਦੀ ਬਾਣੀ ਹੈ ਨਾ, ਇਹ ਵਾਹੋ ਵਾਹੋ ਹੈ। ਵਾਹੋ ਵਾਹੋ ਤੋਂ ਭਾਵ ਹੈ ਧਨ ਹੈ, ਧਨ ਹੈ। ਪੂਰੇ ਗੁਰੂ ਦੀ ਬਾਣੀ ਭਾਈ ਧਨ ਹੈ। ਜਿਨ੍ਹਾਂ ਨੇ ਪੜ੍ਹੀ ਹੈ ਨਾ ਉਹ ਵੀ ਧਨ ਨੇ, ਜਿਨ੍ਹਾਂ ਨੇ ਸੁਣੀ ਹੈ ਉਹ ਵੀ ਧਨ ਨੇ। ਗੁਰਬਾਣੀ ਨੂੰ ਪੜ੍ਹਨ ਵਾਲੇ, ਗੁਰਬਾਣੀ ਨੂੰ ਸੁਣਨ ਵਾਲੇ ਔਰ ਗੁਰਬਾਣੀ ਦੀ ਕਮਾਈ ਕਰਨ ਵਾਲੇ, ਉਹ ਸਾਰੇ ਹੀ ਧਨ ਹੋ ਗਏ, ਧਨਤਾ ਦੇ ਸਹਿਤ ਹੋ ਜਾਂਦੇ। ਵਾਹੋ ਵਾਹੋ ਪੂਰੇ ਗੁਰ ਕੀ ਬਾਣੀ। ਜੋ ਪੂਰਿਆਂ ਗੁਰਾਂ ਦੀ ਬਾਣੀ ਬਚਨ ਹਨ, ਉਹ ਬਚਨ ਵੀ ਭਾਈ ਵਾਹੋ ਵਾਹੋ ਧਨ ਹੀ ਹਨ, ਜਿਨ੍ਹਾਂ ਨੇ ਕਮਾਏ, ਜਿਨ੍ਹਾਂ ਤੇ ਹੋਏ। ਅਤੇ ਉਹ ਬਚਨ ਕਮਾਉਣ ਵਾਲੇ ਉਹ ਧਨ ਹੋ ਗਏ ਸੰਸਾਰ ਵਿੱਚ। ਐਸੇ ਪੂਰੇ ਗੁਰੂ ਦੀ ਬਾਣੀ ਹੈ। ਪੂਰੇ ਗੁਰ ਤੇ ਉਪਜੀ ਸਾਚ ਸਮਾਣੀ। ਸਤਿਗੁਰੂ ਕਹਿਣ ਲੱਗੇ ਪੂਰਿਆਂ ਗੁਰਾਂ ਤੋਂ ਉਹ ਬਾਣੀ ਉਪਜੀ ਕਹੀਏ ਪੈਦਾ ਹੋਈ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ, ਰਬਾਬ ਦੀ ਤੰਦ ਨੂੰ ਛੇੜੋ। ਮਹਾਰਾਜ ਕਿਸ ਵਾਸਤੇ ਕਹਿਣ ਲੱਗੇ ਬਾਣੀ ਆਈ ਹੈ। ਉਸ ਵੇਲੇ ਸਤਿਗੁਰੂ ਬਾਣੀ ਪੜ੍ਹਨ ਲੱਗ ਪੈਂਦੇ, ਬਾਣੀ ਦੇ ਸ਼ਬਦ ਦਾ ਕੀਰਤਨ ਹੁੰਦਾ। ਮਹਾਰਾਜ ਕਹਿਣ ਲੱਗੇ ਭਾਈ ਇਹ ਜਿਹੜੀ ਬਾਣੀ ਹੈ ਨਾ ਪੂਰੇ ਗੁਰੂ ਤੋਂ ਉਪਜੀ ਹੈ, ਪੈਦਾ ਹੋਈ ਹੈ। ਬਾਣੀ ਨੂੰ ਪੈਦਾ ਕਰਨ ਵਾਲੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ 10 ਗੁਰੂ ਸਾਹਿਬਾਨ ਹਨ। ਅਤੇ ਪਾਤਸ਼ਾਹ ਕਹਿਣ ਲੱਗੇ ਫਿਰ ਇਹ ਬਾਣੀ ਸਾਚ ਸਮਾਣੀ, ਸੱਚ ਸਰੂਪ ਪਰਮਾਤਮਾ ਵਿੱਚ ਸਮਾ ਗਈ। ਸੱਚ ਸਰੂਪ ਪਰਮਾਤਮਾ ਵਿੱਚ ਗੁਰਾਂ ਦੀ ਬਾਣੀ ਜਿਹੜੀ ਧੰਨ ਧੰਨ ਹੈ, ਉਹ ਪਰਮਾਤਮਾ ਵਿੱਚ ਆ ਭੇਦ ਹੋ ਜਾਂਦੀ ਹੈ। ਰਾਉ ਕਾਇਆ ਅੰਦਰ ਸਭ ਕੁਛ ਵਸਾ, ਖੰਡ ਮੰਡਲ ਪਾਤਾਲਾ। ਮਹਾਰਾਜ ਕਹਿਣ ਲੱਗੇ ਇਹ ਜੋ ਕਾਇਆ ਸਰੀਰ ਹੈ ਨਾ ਗੁਰਮੁਖੋ, ਇਹਦੇ ਅੰਦਰ ਹੀ ਸਭ ਕੁਝ ਹੈ। ਖੰਡ ਮੰਡਲ ਪਾਤਾਲਾ, ਇਹ ਜੋ ਵੀ ਕੁਝ ਹੈ ਨਾ, ਇਹ ਸਭ ਕੁਝ ਇਸ ਸਰੀਰ ਦੇ ਅੰਦਰ ਹੀ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜੋ ਬਾਹਰ ਬ੍ਰਹਮੰਡ ਦੇ ਵਿੱਚ ਹੈ ਨਾ, ਉਹੀ ਸਾਰਾ ਕੁਝ ਸਰੀਰ ਦੇ ਅੰਦਰ ਹੈ। ਪਰ ਪ੍ਰਾਪਤੀ ਉਹਨੂੰ ਹੈ ਜਿਹੜਾ ਖੋਜੇਗਾ, ਜਿਹੜਾ ਲੱਭੇਗਾ, ਉਹ ਪ੍ਰਾਪਤ ਹੋਵੇਗਾ। ਦੂਸਰੇ ਨੂੰ ਇਹਦੀ ਪ੍ਰਾਪਤੀ ਨਹੀਂ ਹੈ। ਮਹਾਰਾਜ ਬਖਸ਼ਿਸ਼ ਕਰਦੇ ਕਹਿਣ ਲੱਗੇ ਕਾਇਆ ਦੇ ਵਿੱਚ ਹੀ ਹੈ ਸਭ ਕੁਝ ਭਾਈ, ਅਤੇ ਉਹ ਪ੍ਰਾਪਤੀ ਉਹਨਾਂ ਨੂੰ ਹੈ ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਹੈ। ਫਿਰ ਬਖਸ਼ਿਸ਼ ਕਰਦੇ ਹਨ। ਕਾਇਆ ਅੰਦਰ ਸਭ ਕੁਛ ਵਸਾ, ਖੰਡ ਮੰਡਲ ਪਾਤਾਲਾ। ਜੋ ਪ੍ਰਮਾਤਮਾ ਖੰਡ ਕਹੀਏ ਧਰਤੀ ਦੇ 9 ਹਿੱਸੇ ਬਣਾਉਣ ਵਾਲਾ ਹੈ। 9 ਖੰਡ ਪ੍ਰਿਥਵੀ ਫਿਰੈ ਚਰਜੀਵੈ। ਜਿਸ ਨੇ 9 ਖੰਡੀ ਧਰਤੀ ਬਣਾਈ ਹੈ, ਜਿਸ ਪ੍ਰਮਾਤਮਾ ਨੇ ਮੰਡਲ ਕਹੀਏ ਬ੍ਰਹਮੰਡ ਬਣਾਇਆ ਹੈ, ਜਿਸ ਪ੍ਰਮਾਤਮਾ ਨੇ ਲੱਖਾਂ ਪਤਾਲ ਤੇ ਆਕਾਸ਼ ਬਣਾਏ ਨੇ, ਉਹ ਪ੍ਰਮਾਤਮਾ ਕਹਿ ਲਈਏ ਕਾਇਆ ਅੰਦਰ ਆਪ ਹੀ ਵਰਤਦਾ ਹੈ। ਇਹ ਸਰੀਰ ਦੇ ਵਿੱਚ ਉਹ ਸਭ ਕੁਝ ਆਪ ਹੀ ਪ੍ਰਮਾਤਮਾ ਹੋ ਕੇ ਆਪ ਹੀ ਵਰਤਦਾ ਪਿਆ। ਕਿਹੜਾ ਪ੍ਰਮਾਤਮਾ? ਜਿਹੜਾ ਪਤਾਲਾਂ ਨੂੰ ਬਣਾਉਣ ਵਾਲਾ ਹੈ, ਜਿਹੜਾ ਮੰਡਲਾਂ ਨੂੰ ਬਣਾਉਣ ਵਾਲਾ ਹੈ, ਜਿਹੜਾ ਧਰਤੀ ਨੂੰ ਬਣਾਉਣ ਵਾਲਾ ਹੈ, ਔਰ ਫਿਰ ਇਹਨਾਂ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ। ਉਹ ਪਰਮਾਤਮਾ ਇਹ ਸਰੀਰ ਦੇ ਅੰਦਰ ਆਪ ਵਸਿਆ ਹੋਇਆ ਹੈ, ਆਪ ਉਸ ਦੀ ਪ੍ਰਾਪਤੀ ਹੈ। ਕਾਇਆ ਅੰਦਰ ਜਗ ਜੀਵਨ ਦਾਤਾ ਵਸੈ, ਸਭਨਾ ਕਰੇ ਪ੍ਰਤਪਾਲਾ। ਮਹਾਰਾਜ ਕਹਿਣ ਲੱਗੇ ਜੋ ਸਾਰਿਆਂ ਦੀ ਪਾਲਣਾ ਕਰਨ ਵਾਲਾ ਪਰਮਾਤਮਾ ਉਹ ਹੈ। ਦੁਨੀਆ ਦੇ ਵਿੱਚ ਲੋਕਾਂ ਨੇ ਨਾ ਆਪਣੇ ਨਾਮ ਵੱਡੇ ਰਖਾ ਲਏ। ਮੈਂ ਠਾਕੁਰ ਹਾਂ, ਮੈਂ ਗਿਆਨ ਹਾਂ, ਮੈਂ ਗੁਰਮੁਖ ਹਾਂ, ਮੈਂ ਰਾਮ ਹਾਂ, ਮੈਂ ਗੋਬਿੰਦ ਹਾਂ। ਇਹ ਨਾਮ ਲੋਕਾਂ ਨੇ ਰਖਵਾ ਲਏ ਵੀ ਅਸੀਂ ਉਹੀ ਹਾਂ ਜਿਹਨੂੰ ਦੁਨੀਆ ਤੇ ਆਉਂਦੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਪਹਿਲਾਂ ਇੱਕ ਪੰਡਤ ਨੇ ਆਪਣਾ ਨਾਮ ਰਖਵਾ ਲਿਆ ਸੀ, ਮੈਂ ਵੀ ਗੁਰੂ ਨਾਨਕ ਹੀ ਹਾਂ। ਉਹਨੇ ਕੋਈ ਗ੍ਰੰਥ ਪੜ੍ਹਿਆ ਜੋ ਉਹਦੇ ਵਿੱਚ ਉਹਨੂੰ ਗਿਆਨ ਮਿਲ ਗਿਆ ਵੀ ਕਲਯੁਗ ਵਿੱਚ ਗੁਰੂ ਨਾਨਕ ਨੇ ਆਉਣਾ ਹੈ। ਦੁਨੀਆ ਵਿੱਚ ਉਹਨੇ ਇਹ ਪ੍ਰਚਾਰ ਕਰਵਾ ਦਿੱਤਾ ਜਿਹੜਾ ਇਹ ਗ੍ਰੰਥ ਵਿੱਚ ਨਾਂ ਲਿਖਿਆ ਉਹ ਮੈਂ ਹੀ ਹਾਂ, ਮੇਰੀ ਪੂਜਾ ਕਰੋ, ਮੈਨੂੰ ਆ ਕੇ ਮੰਨਿਆ ਕਰੋ। ਪਰ ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਗਏ ਨਾ, ਸਤਿਗੁਰਾਂ ਦੀ ਸ਼ੋਭਾ ਹੋਈ, ਵਡਿਆਈ ਹੋਈ, ਇਲਾਕੇ ਦੀਆਂ ਸੰਗਤਾਂ ਮਹਾਰਾਜ ਦੇ ਨਾਲ ਜੁੜੀਆਂ
ਤੇ ਸਤਿਗੁਰੂ ਪਾਤਸ਼ਾਹ ਨੇ ਉਸ ਵਿਦਵਾਨ ਪੰਡਤ ਨੂੰ ਫਿਰ ਉਪਦੇਸ਼ ਬਖਸ਼ਿਸ਼ ਕੀਤਾ ਸੀ। ਆਪਾਂ ਬਚਨ ਪੜ੍ਹਦੇ ਹਾਂ, ਮਹਾਰਾਜ ਜੀਆਂ ਦੇ ਪੜ੍ਹ ਪੁਸਤਕ ਸੰਧਿਆ ਬਾਦਿੰ ਸਿਲ ਪੂਜਿਸ ਬਗਲ ਸਮਾਧੰ। ਇਹ ਬਚਨ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਉਹ ਪਰਮਾਤਮਾ ਭਾਈ ਐਸਾ ਹੈ, ਨਾਮ ਤੇ ਦੁਨੀਆ ਨੇ ਰਖਵਾ ਲੈ ਰੱਬ ਦੇ ਬਰਾਬਰ ਹੀ, ਰੱਬ ਦੇ ਨਾਮ ਹੀ ਆਪਣੇ ਨਾਮ ਦੇ ਨਾਲ ਲਵਾ ਲੈ, ਪਰ ਉਹ ਰੱਬ ਐਸਾ ਹੈ ਜਿਹੜਾ ਸਾਰਿਆਂ ਦੀ ਪਾਲਣਾ ਕਰਦਾ ਹੈ। ਜੇ ਮੈਂ ਨਾਮ ਰੱਬ ਵਾਲਾ ਲਿਖਵਾ ਵੀ ਲਵਾਂਗਾ ਵੀ ਜੋ ਰੱਬ ਦਾ ਨਾਮ ਹੈ ਉਹ ਮੇਰਾ ਨਾਮ ਹੋ ਜਾਵੇ, ਪਰ ਮੈਂ ਦੁਨੀਆ ਦੀ ਪਾਲਣਾ ਤੇ ਨਹੀਂ ਨਾ ਕਰ ਸਕਦਾ, ਮੇਰੇ ਕੋਲੋਂ ਤਾਕਤ ਤੇ ਨਹੀਂ ਨਾ ਹੈ। ਨਾਮ ਰਖਵਾਉਣ ਦੇ ਨਾਲ ਉਹ ਨਹੀਂ ਬਣ ਜਾਈਦਾ ਜਿਹਦੀ ਅਸੀਂ ਰੀਸ ਕਰਨ ਲੱਗੇ ਹਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਬਚਨ ਇਹ ਹੈ ਭਾਈ, ਉਹ ਜਿਹੜਾ ਪਰਮਾਤਮਾ ਹੈ ਨਾ, ਉਹ ਸਾਰਿਆਂ ਜੀਵਾਂ ਦੀ ਪਾਲਣਾ ਕਰਦਾ, ਸਭਨਾ ਕਰੇ ਪ੍ਰਤਪਾਲਾ, ਸਾਰਿਆਂ ਦੀ ਪਾਲਣਾ ਕਰਦਾ ਹੈ। ਤੇ ਪਾਤਸ਼ਾਹ ਕਹਿਣ ਲੱਗੇ, ਕਾਇਆ ਅੰਦਰ ਜਗਜੀਵਨ ਦਾਤਾ ਵਸੈ, ਉਹ ਜਗਤ ਨੂੰ ਜੀਵਨ ਦੇਣ ਵਾਲਾ ਉਹੀ ਪ੍ਰਮਾਤਮਾ ਤੇਰੇ ਸਰੀਰ ਦੇ ਵਿੱਚ ਵਸਦਾ ਹੈ। ਜਿਹੜਾ ਪ੍ਰਮਾਤਮਾ ਸਾਰਿਆਂ ਦੀ ਪਾਲਣਾ ਕਰਦਾ ਹੈ, ਸਾਰਿਆਂ ਨੂੰ ਜੀਵਨ ਦਾਨ ਦਿੰਦਾ ਹੈ, ਉਹੀ ਪ੍ਰਮਾਤਮਾ ਤੇਰੇ ਸਰੀਰ ਦੇ ਵਿੱਚ ਵਸਿਆ ਹੋਇਆ ਹੈ। ਕਾਇਆ ਕਾਮਣ ਸਦਾ ਸੁਹੇਲੀ, ਗੁਰਮੁਖ ਨਾਮ ਸੰਭਾਲਾ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਕਹਿਣ ਲੱਗੇ, ਭਾਈ ਇਹ ਜਿਹੜੀ ਕਾਇਆ ਹੈ, ਇਹ ਜਿਹੜੀ ਦੇਹ ਹੈ ਨਾ, ਦੇਹ ਇਹ ਭਾਈ ਉਹਨਾਂ ਗੁਰਮੁਖਾਂ ਦੀ ਸੁਹੇਲੀ ਕਹੀਏ ਸ਼ੋਭਨੀਕ ਹੈ, ਸੁਖਾਂ ਦੇ ਨਾਲ ਹੈ, ਜਿਸ ਨੂੰ ਗੁਰਮੁਖ ਬਣ ਕਰਕੇ ਜਿਹਨੇ ਨਾਮ ਨੂੰ ਸੰਭਾਲਿਆ ਹੈ, ਜਿਨ੍ਹਾਂ ਦਾ ਮੁਖ ਗੁਰੂ ਵੱਲੇ ਹੋ ਗਿਆ ਨਾ, ਉਹਨਾਂ ਦੀ ਦੇਹੀ ਭਾਈ ਸ਼ੋਭਨੀਕ ਹੈ। ਗੁਰੂ ਵੱਲ ਮੂੰਹ ਕਰਨਾ ਬੜਾ ਔਖਾ ਹੈ। ਗੁਰੂ ਵੱਲ ਮੂੰਹ ਕਰਨ ਤੋਂ ਭਾਵ ਹੈ ਗੁਰੂ ਦਾ ਬਚਨ ਮੰਨਣਾ, ਬਚਨ ਦੀ ਕਮਾਈ ਕਰਨੀ। ਮਹਾਰਾਜ ਕਹਿਣ ਲੱਗੇ, ਗੁਰਮੁਖ, ਗੁਰਮੁਖ ਤੋਂ ਭਾਵ ਜਿਨ੍ਹਾਂ ਦਾ ਮੁਖ ਗੁਰੂ ਵੱਲ ਹੈ ਨਾ, ਗੁਰੂ ਵੱਲ ਮੂੰਹ ਕਰਕੇ ਬੈਠਣ ਤੋਂ ਭਾਵ ਗੁਰੂ ਦਾ ਬਚਨ ਮੰਨਣਾ। ਤੇ ਪਾਤਸ਼ਾਹ ਕਹਿਣ ਲੱਗੇ, ਜਿਨ੍ਹਾਂ ਨੇ ਗੁਰੂ ਦਾ ਬਚਨ ਮੰਨਿਆ, ਨਾਮ ਜਪਿਆ ਹੈ, ਨਾਮ ਨੂੰ ਸੰਭਾਲਿਆ ਹੈ, ਪਾਤਸ਼ਾਹ ਕਹਿਣ ਲੱਗੇ, ਉਹ ਕਾਇਆ ਜਿਹੜੀ ਦੇਹ ਹੈ ਨਾ, ਉਹ ਦੇਹ ਸਦਾ ਵਾਸਤੇ ਸੁਹੇਲੀ ਕਹੀਏ ਸੁਖੀ ਹੈ, ਸ਼ੋਭਨੀਕ ਹੈ, ਜਿਸ ਦੇਹੀ ਨੇ ਪ੍ਰਮਾਤਮਾ ਨੂੰ ਸਿਮਰਿਆ ਹੈ। ਫਿਰ ਬਖਸ਼ਿਸ਼ ਕਰਦੇ ਹਨ, ਕਾਇਆ ਕਾਮਣ ਸਦਾ ਸੁਹੇਲੀ, ਗੁਰਮੁਖ ਨਾਮ ਸੰਭਾਲਾ। ਸਤਿਗੁਰੂ ਕਹਿਣ ਲੱਗੇ, ਗੁਰਮੁਖੋ ਕਾਇਆ ਨਾਮ ਬੁੱਧੀ ਦਾ ਹੈ, ਅਕਲ ਦਾ ਹੈ। ਉਹ ਬੁੱਧੀ ਰੂਪ ਜਿਹੜੀ ਇਸਤਰੀ ਹੈ, ਉਹ ਸਦਾ ਸੁਹੇਲੀ ਸ਼ੋਭਨੀਕ ਹੈ, ਜਿਸ ਬੁੱਧੀ ਨੇ ਗੁਰਮੁਖਤਾਈ ਦੇ ਨਾਲ ਨਾਮ ਜਪਿਆ ਹੈ। ਨਾਮ ਅਕਲ ਦੇ ਨਾਲ ਜਿਨ੍ਹਾਂ ਨੇ ਜਪਿਆ ਹੈ, ਭਾਵਨਾ ਦੇ ਨਾਲ ਜਪਿਆ ਹੈ, ਭਾਈ ਉਹ ਸ਼ੋਭਨੀਕ ਹਨ। ਕਾਇਆ ਅੰਦਰ ਆਪੇ ਵਸੈ, ਅਲਖ ਨਾ ਲਖਿਆ ਜਾਈ। ਇਸ ਕਾਇਆ ਦੇ ਵਿੱਚ ਉਹ ਪ੍ਰਮਾਤਮਾ ਆਪ ਵਸਿਆ ਹੋਇਆ ਹੈ, ਪਰ ਉਹ ਪ੍ਰਮਾਤਮਾ ਹੈ ਭਾਈ ਅਲਖ। ਅਲਖ ਤੋਂ ਭਾਵ ਹੁੰਦਾ ਜਿਹੜਾ ਗਿਣਤੀ ਮਿਣਤੀ ਵਿੱਚ ਨਾ ਆਵੇ, ਜਿੱਥੇ ਗਿਣਤੀ ਮਿਣਤੀ ਦਾ ਕੋਈ ਲੇਖਾ ਜੋਖਾ ਰਹਿ ਹੀ ਨਾ ਜਾਵੇ, ਉਸ ਨੂੰ ਅਲਖ ਆਖਿਆ ਜਾਂਦਾ ਹੈ। ਅਲਖ ਨਾ ਲਖਿਆ ਜਾਈ, ਜੋ ਪ੍ਰਮਾਤਮਾ ਅਲਖ ਗਿਣਤੀ ਤੋਂ ਪਰੇ ਹੈ, ਉਸ ਦਾ ਮੁਕੰਮਲ ਤੌਰ 'ਤੇ ਉਸ ਨੂੰ ਨਹੀਂ ਜਾਣਿਆ ਜਾ ਸਕਦਾ ਹੈ। ਆਪਾਂ ਇਹ ਨਹੀਂ ਕਹਿ ਸਕਦੇ ਵੀ ਮੈਂ ਰੱਬ ਨੂੰ ਪੂਰੇ ਦਾ ਪੂਰਾ ਹੀ ਜਾਣ ਲਿਆ ਹੈ, ਪੂਰੇ ਦਾ ਪੂਰਾ ਹੀ ਪਾਲਿਆ ਹੈ, ਮੈਂ ਪੂਰੇ ਦਾ ਪੂਰਾ ਹੀ ਧਿਆ ਲਿਆ ਹੈ। ਨਾ ਉਹ ਪੂਰਾ ਧਿਆਇਆ ਜਾਣਾ, ਨਾ ਉਹ ਪੂਰਾ ਪਾਇਆ ਜਾਣਾ, ਨਾ ਉਹ ਪੂਰਾ ਜਾਣਿਆ ਜਾਣਾ ਹੈ। ਉਹ ਅਲਖ ਹੈ, ਅਲਖ ਨਾ ਲਖਿਆ ਜਾਈ। ਅਲਖ ਪ੍ਰਮਾਤਮਾ ਪੂਰਾ ਨਹੀਂ ਜਾਣਿਆ ਜਾਂਦਾ। ਤੂੰ ਤੇ ਬਸ ਇੱਕ ਕਿਣਕਾ ਮਾਤਰੀ ਜਾਣ ਲਾ, ਤੇਰੇ ਵਾਸਤੇ ਇੰਨਾ ਹੀ ਬੜਾ ਹੈ। ਤੂੰ ਇੰਨੇ ਵਿੱਚ ਹੀ ਠੀਕ ਹੈ ਕਿ ਛੋਟਾ ਜਿਹਾ ਬੱਚਾ ਬਿਮਾਰ ਹੋ ਗਿਆ ਨਾ, ਡਾਕਟਰ ਦੇ ਕੋਲ ਲੈ ਕੇ ਗਏ, ਡਾਕਟਰ ਨੇ ਉਹਦੀ ਬਿਮਾਰੀ ਨੂੰ ਵੇਖਿਆ ਤੇ ਆਖਿਆ ਵੀ ਇਸ ਗੋਲੀ ਦਾ ਚੌਥਾ ਹਿੱਸਾ ਇਹਨੂੰ ਦੇਣਾ ਹੈ। ਜਿੰਨੀ ਕੁ ਬਿਮਾਰੀ ਹੈ, ਜਿੰਨਾ ਕੁ ਰੋਗ ਹੈ, ਚੌਥੇ ਹਿੱਸੇ ਨਾਲ ਹੀ ਇਹਦੀ ਬਿਮਾਰੀ ਦੂਰ ਹੋ ਜਾਏਗੀ, ਕਿਉਂਕਿ ਉਹ ਜਾਣਦਾ ਹੈ ਵੀ ਇੰਨੀ ਕੁ ਤਾਕਤ ਹੀ ਇਹ ਹਜਮ ਕਰ ਸਕਦਾ ਹੈ, ਠੀਕ ਰਹੇਗਾ। ਪਰ ਜੇ ਘਰੇ ਆ ਕੇ ਆਪਾਂ ਸਾਰੀਆਂ ਗੋਲੀਆਂ ਇਕੱਠੀਆਂ ਕਰਕੇ ਤੇ ਸਾਰੀਆਂ ਹੀ ਮੂੰਹ ਦੇ ਵਿੱਚ ਪਾ ਦਿਆਂਗੇ ਤੇ ਬੱਚੇ ਦਾ ਨੁਕਸਾਨ ਹੋਵੇਗਾ। ਇਸ ਕਰਕੇ ਗੁਰਮੁਖਾ ਤੂੰ ਵੀ ਤੇ ਪ੍ਰਮਾਤਮਾ ਦਾ ਇੱਕ ਬੱਚਾ ਹੀ ਹੈ। ਤੈਨੂੰ ਇਹ ਵੇਖਣ ਦੀ ਲੋੜ ਨਹੀਂ ਹੈ ਕਿ ਮੈਂ ਸਾਰੇ ਦਾ ਸਾਰਾ ਹੀ ਪਾ ਲਵਾਂ।
ਪਰਮਾਤਮਾ ਤੇ ਇੱਕ ਕਿਣਕਾ ਮਾਤਰ ਵੀ ਤੈਨੂੰ ਮਿਲ ਗਿਆ ਤੇ ਤੇਰੇ ਦੁੱਖ ਕੱਟੇ ਜਾਣਗੇ, ਤੇਰੇ ਰੋਗ ਕੱਟੇ ਜਾਣਗੇ, ਤੈਨੂੰ ਪ੍ਰਾਪਤੀ ਹੋ ਜਾਵੇਗੀ। ਇੰਨਾ ਹੀ ਤੈਨੂੰ ਬੜਾ ਹੈ। ਸਤਿਗੁਰੂ ਕਹਿਣ ਲੱਗੇ ਅਲਖ ਨਾ ਲਖਿਆ ਜਾਈ, ਕਾਇਆ ਅੰਦਰ ਆਪੇ ਵਸੈ। ਉਹ ਸਰੀਰ ਦੇ ਅੰਦਰ ਆਪ ਵਸਿਆ ਹੋਇਆ ਹੈ ਪਰਮਾਤਮਾ। ਗੁਰਮੁਖੋ ਬਚਨ ਇਹ ਹੈ, ਕੋਈ ਇਹੋ ਜਿਹਾ ਸਰੀਰ ਨਹੀਂ ਜਿਹਦੇ ਵਿੱਚ ਪਰਮਾਤਮਾ ਨਹੀਂ ਹੈ। ਹੈ ਸਾਰਿਆਂ ਦੇ ਵਿੱਚ ਹੀ ਹੈ, ਪਰ ਹੈ ਗੁਪਤ, ਉਹਨੂੰ ਪ੍ਰਗਟ ਕਰਨਾ ਹੈ ਜੋ ਐਸਾ ਅਲਖ ਹੈ। ਮਨਮੁਖ ਮੁਗਧ ਬੂਝੈ ਨਾਹੀ। ਇਹ ਮਨਮੁਖ ਮੂਰਖ ਵਿਅਕਤੀ ਜਿਹੜਾ ਹੈ ਇਹ ਪਰਮਾਤਮਾ ਨੂੰ ਜਾਣਦਾ ਨਹੀਂ ਹੈ। ਬਾਹਰ ਭਾਲਣ ਜਾਈ। ਦੁਨੀਆ ਦੇ ਲੋਕ ਬਾਹਰ ਲੱਭਦੇ ਪਏ, ਮੂਰਖ ਲੋਕ ਨੇ ਜਿਹੜੇ ਬਾਹਰ ਜੰਗਲ ਵਿੱਚ ਲੱਭਦੇ ਪਏ। ਕੋਈ ਜਾ ਕੇ ਪਹਾੜਾਂ ਵਿੱਚ ਬੈਠਾ ਹੈ, ਕੋਈ ਜਾ ਕੇ ਤੀਰਥਾਂ ਤੇ ਬੈਠਾ ਹੈ, ਉਹਨਾਂ ਨੂੰ ਮੂਰਖ ਆਖਿਆ ਜਾਂਦਾ ਹੈ। ਮਨਮੁਖ ਮੁਗਧ ਬੂਝੈ ਨਾਹੀ। ਮਨਮੁਖ ਮੂਰਖ ਨੇ ਜਾਣਿਆ ਹੀ ਨਹੀਂ ਵੀ ਪਰਮਾਤਮਾ ਹੈ ਕਿੱਥੇ। ਐਵੇਂ ਬਾਹਰ ਜੰਗਲਾਂ ਦੇ ਵਿੱਚ ਜਾ ਕੇ ਲੱਭਦਾ ਪਿਆ, ਤੀਰਥਾਂ ਤੇ ਲੱਭਦਾ ਪਿਆ, ਲੱਭੇਗਾ ਨਹੀਂ। ਜਿਉਂ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਜਿਹੜੀ ਕਸਤੂਰੀ ਹੈ ਉਹ ਹਿਰਨ ਦੀ ਧੁੰਨੀ ਦੇ ਵਿੱਚ ਹੈ, ਪਰ ਹਿਰਨ ਜੇ ਹੁਣ ਝਾੜੀਆਂ ਦੇ ਵਿੱਚ ਮੂੰਹ ਮਾਰੇਗਾ ਤੇ ਕੁਝ ਨਹੀਂ ਮਿਲਣਾ ਹੈ, ਕਿਉਂਕਿ ਕਸਤੂਰੀ ਤੇ ਧੁੰਨੀ ਵਿੱਚ ਹੈ, ਨਾਭੀ ਵਿੱਚ ਹੈ। ਇਸੇ ਤਰ੍ਹਾਂ ਗੁਰਮੁਖਾ ਉਹ ਪਰਮਾਤਮਾ ਹੈ ਤੇਰੇ ਅੰਦਰ ਹੀ ਹੈ। ਤੂੰ ਤੇ ਐਵੇਂ ਬਾਹਰ ਝਾੜੀਆਂ 'ਚ ਮੂੰਹ ਮਾਰਨ ਵਾਂਗ ਜੰਗਲਾਂ ਵਿੱਚ ਤੁਰਿਆ ਫਿਰਦਾ ਹੈ, ਉਥੇ ਪ੍ਰਾਪਤੀ ਨਹੀਂ ਹੈ। ਸਤਿਗੁਰ ਸੇਵੇ ਸਦਾ ਸੁਖ ਪਾਏ। ਜਿਹੜੇ ਸਤਿਗੁਰੂ ਦੀ ਸੇਵਾ ਕਰਦੇ ਨਾ ਭਾਈ ਉਹ ਸਦਾ ਸੁਖ ਪਾਉਂਦੇ ਹਨ। ਸਤਿਗੁਰ ਅਲਖ ਦਿੱਤਾ ਲਖਾਈ। ਗੁਰੂ ਐਸਾ ਸਮਰੱਥ ਹੈ, ਗੁਰੂ ਦੀ ਸੇਵਾ ਕਰੇਗਾ ਸਤਿਗੁਰੂ ਤੈਨੂੰ ਜਿਹੜਾ ਅਲਖ ਪਰਮਾਤਮਾ ਉਹ ਲਿਖਾ ਦੇਣਗੇ, ਤੈਨੂੰ ਜਨਾ ਦੇਣਗੇ, ਤੈਨੂੰ ਵਿਖਾ ਦੇਣਗੇ। ਜੇ ਗੁਰੂ ਦੀ ਸੇਵਾ ਕਰੇਗਾ ਗੁਰੂ ਉਸ ਪਰਮਾਤਮਾ ਦੀ ਤੈਨੂੰ ਪ੍ਰਾਪਤੀ ਕਰਵਾ ਦੇਵੇਗਾ। ਗੁਰੂ ਉਸ ਪਰਮਾਤਮਾ ਦੇ ਨਾਮ ਨੂੰ ਤੇਰੇ ਕੰਨਾਂ ਵਿੱਚ ਸੁਣਾ ਦੇਵੇਗਾ। ਗੁਰੂ ਐਸਾ ਸਮਰੱਥ ਹੈ, ਤੇਰੇ ਇਸ ਸਰੀਰ ਨੂੰ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ ਭਾਈ ਇਸ ਕਾਇਆ ਸਰੀਰ ਦੇ ਅੰਦਰ ਨਾ ਰਤਨ ਕਹੀਏ ਵੈਰਾਗ ਰੂਪੀ ਪਦਾਰਥ ਹੈ। ਸਰੀਰ ਦੇ ਅੰਦਰ ਹੀ ਬੈਰਾਗ ਹੈ। ਤੇ ਪਾਤਸ਼ਾਹ ਕਹਿਣ ਲੱਗੇ ਭਗਤੀ ਦੇ ਭੰਡਾਰੇ ਪ੍ਰਮਾਤਮਾ ਦੇ ਉਹ ਵੀ ਇਸ ਕਾਇਆ ਦੇ ਅੰਦਰ ਪ੍ਰਗਟ ਕਰਨ ਦੀ ਲੋੜ ਹੈ। ਜਿਹੜੇ ਪ੍ਰਗਟ ਕਰਦੇ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ। ਇਸ ਕਾਇਆ ਅੰਦਰ 9 ਖੰਡ ਪ੍ਰਿਥਵੀ ਹਾਠ ਪਟਨ ਬਜ਼ਾਰਾ। ਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ ਇਸ ਕਾਇਆ ਦੇ ਅੰਦਰ ਨਾ ਮਹਾਰਾਜ ਕਹਿਣ ਲੱਗੇ 9 ਖੰਡ ਪ੍ਰਿਥਵੀ। ਇਹ 9 ਖੰਡਾਂ ਵਾਲੀ ਜਿਹੜੀ ਪ੍ਰਿਥਵੀ ਹੈ ਅਤੇ ਇਸੇ ਤਰ੍ਹਾਂ ਹਾਟ ਤੇ ਪਟਨ, ਇਹ ਜੋ ਵੀ ਕੁਝ ਮਹਾਰਾਜ ਜੀ ਨੇ ਅੰਕਿਤ ਕੀਤਾ ਲਿਖਿਆ ਹੈ ਇਹ ਸਭ ਕੁਝ ਤੇਰੇ ਸਰੀਰ ਦੇ ਅੰਦਰ ਹੀ ਹੈ। ਪਰ ਖੋਜਣਾ ਪਵੇਗਾ, ਲੱਭਣਾ ਪਵੇਗਾ ਤਾਂ ਉਸ ਦੀ ਪ੍ਰਾਪਤੀ ਹੈ। ਇਹ ਸਭ ਕੁਝ ਸਰੀਰ ਦੇ ਵਿੱਚ ਹੀ ਹੈ। ਫਿਰ ਬਖਸ਼ਿਸ਼ ਕਰਦੇ ਹਨ। ਇਸ ਕਾਇਆ ਅੰਦਰ 9 ਖੰਡ ਪ੍ਰਿਥਵੀ ਹਾਟ ਪਟਨ ਬਾਜ਼ਾਰਾ। ਮਹਾਰਾਜ ਕਹਿਣ ਲੱਗੇ ਇਸ ਕਾਇਆ ਦੇ ਅੰਦਰ 9 ਖੰਡ ਪ੍ਰਿਥਵੀ ਤੋਂ ਭਾਵ ਇਹ ਜਿਹੜਾ ਤੇਰਾ ਅੰਤःਕਰਨ ਹੈ ਨਾ ਭਾਈ, ਇਸ ਅੰਤःਕਰਨ ਦੇ ਵਿੱਚ ਪਟਨ ਬਾਜ਼ਾਰਾ ਕਹੀਏ ਜਿੰਨੀਆਂ ਤੇਰੀਆਂ ਇੰਦਰੀਆਂ ਨੇ ਇਹਨਾਂ ਇੰਦਰੀਆਂ ਦੇ ਵਿੱਚ ਵੀ ਪਰਮਾਤਮਾ ਵਸਿਆ ਹੋਇਆ ਹੈ। ਕੋਈ ਇਹੋ ਜਿਹੀ ਇੰਦਰੀ ਹੈ ਹੀ ਨਹੀਂ ਜਿੱਥੇ ਪਰਮਾਤਮਾ ਨਾ ਹੋਵੇ। ਬਚਨ ਆਉਂਦਾ ਨਾ ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ। ਭਾਵ ਇਹ ਹੈ ਵੀ ਸਾਡੀਆਂ ਅੱਖਾਂ ਦੇ ਵਿੱਚ ਵੀ ਪਰਮਾਤਮਾ ਦੀ ਜੋਤ, ਪਰਮਾਤਮਾ ਅੱਖਾਂ ਵਿੱਚ ਵੀ ਵਸਿਆ ਹੋਇਆ ਹੈ। ਉਹ ਪਰਮਾਤਮਾ ਜ਼ੁਬਾਨ 'ਤੇ ਵੀ ਰਹਿੰਦਾ ਹੈ, ਉਹ ਪਰਮਾਤਮਾ ਕੰਨਾਂ ਦੇ ਵਿੱਚ ਵੀ ਬੈਠਾ। ਸਰੀਰ ਦਾ ਕੋਈ ਇਹੋ ਜਿਹਾ ਅੰਗ ਨਹੀਂ ਹੈ ਜਿੱਥੇ ਉਹ ਪਰਮਾਤਮਾ ਨਹੀਂ ਹੈ। ਉਹ ਪਰਮਾਤਮਾ ਤੇ ਭਾਈ ਸਾਰਿਆਂ ਥਾਵਾਂ 'ਤੇ ਸਮਾਇਆ ਹੈ। ਤੇਰੇ ਅੰਤःਕਰਨ 9 ਖੰਡ ਪ੍ਰਿਥਵੀ, ਇਹ ਜੋ ਤੇਰਾ ਅੰਤःਕਰਨ ਹੈ ਇਹਦੇ ਵਿੱਚ ਵੀ ਪਰਮਾਤਮਾ ਹੈ। ਹਾਟ ਪਟਨ ਬਾਜ਼ਾਰਾ, ਇਸੇ ਤਰ੍ਹਾਂ ਜਿਹੜੀਆਂ ਤੇਰੀਆਂ ਇੰਦਰੀਆਂ ਨੇ ਹੱਥ ਪੈਰ ਅੱਖ ਮੂੰਹ ਨੱਕ ਜੋ ਵੀ ਹੈ ਇਹਨਾਂ ਵਿੱਚ ਵੀ ਉਹ ਪਰਮਾਤਮਾ ਆਪ ਵਸਿਆ ਹੋਇਆ ਹੈ। ਐਸਾ ਉਹ ਪਰਮਾਤਮਾ ਹੈ। ਇਸ ਕਾਇਆ ਅੰਦਰ ਨਾਮ 9 ਨਿਧ ਪਾਈਐ ਗੁਰ ਕਾ ਸ਼ਬਦ ਵਿਚਾਰਾ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਹੈ, ਗੁਰੂ ਦੇ ਸ਼ਬਦ ਨੂੰ ਸਮਝ ਕੇ ਜਿਨ੍ਹਾਂ ਨੇ ਕਮਾਈ ਕੀਤੀ ਹੈ, ਉਹਨਾਂ ਨੇ ਇਸ ਕਾਇਆ ਦੇ ਵਿੱਚ
ਜਿਹੜਾ 9 ਨਿਧੀਆਂ ਦਾ ਖਜ਼ਾਨਾ ਪਰਮਾਤਮਾ ਹੈ, ਉਸ ਪਰਮਾਤਮਾ ਦੇ ਨਾਮ ਨੂੰ ਪਾਲਿਆ ਹੈ। ਮਹਾਰਾਜ ਕਹਿਣ ਲੱਗੇ ਸਕਾਇਆ ਅੰਦਰ ਨਾਮ ਨਵ ਨਿਧ। ਇਹ ਸਰੀਰ ਦੇ ਅੰਦਰ ਜੋ 9 ਨਿਧੀਆਂ ਦਾ ਰੂਪ ਪਰਮਾਤਮਾ ਹੈ, ਉਸ ਪਰਮਾਤਮਾ ਦੇ ਨਾਮ ਨੂੰ ਗੁਰਮੁਖਾਂ ਨੇ ਪਾਲਿਆ ਹੈ। ਪਰ ਮਹਾਰਾਜ ਕਿਵੇਂ ਪਾਇਆ ਹੈ? ਕਹਿਣ ਲੱਗੇ ਗੁਰ ਕਾ ਸ਼ਬਦ ਵਿਚਾਰਾ, ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ, ਸਮਝ ਦੇ ਨਾਲ ਉਹ ਪ੍ਰਾਪਤ ਹੋਇਆ ਹੈ। ਕਾਇਆ ਅੰਦਰ ਤੋਲ ਤੁਲਾਵੈ ਆਪੇ ਤੋਲਣ ਹਾਰਾ। ਇਸ ਸਰੀਰ ਦੇ ਅੰਦਰ ਉਹ ਪਰਮਾਤਮਾ ਆਪ ਹੀ ਤੋਲ ਤਲਾਉਂਦਾ ਹੈ। ਤੋਲ ਤਲਾਉਣ ਤੋਂ ਭਾਵ ਹੁੰਦਾ ਗੁਰਮੁਖੋ ਕਿ ਉਹ ਪਰਮਾਤਮਾ ਆਪ ਹੀ ਵਿਚਾਰ ਕਰਵਾਉਂਦਾ ਹੈ। ਪਰਮਾਤਮਾ ਦੇ ਨਾਮ ਦੀ ਵਿਚਾਰ ਕਰਨੀ, ਪਰਮਾਤਮਾ ਦੇ ਨਾਮ ਦੀ ਕਮਾਈ ਕਰਨੀ, ਇਹ ਪਰਮਾਤਮਾ ਆਪ ਕਰਾਉਂਦਾ ਹੈ। ਜਿਹਦੇ ਕੋਲੋਂ ਜਿੱਤੇ ਕਿਰਪਾ ਕਰੇ ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ। ਸੇਵਾ ਉਹਨੇ ਕੀਤੀ ਹੈ ਜਿਹਦੇ ਉਹਨੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਹੈ। ਮਹਾਰਾਜ ਬਖਸ਼ਿਸ਼ ਕਰਦੇ ਤੋਲ ਤਲਾਵੈ। ਵਿਚਾਰ ਵੀ ਉਹ ਕਰਦਾ ਹੈ ਜਿਹਦੇ ਕੋਲੋਂ ਉਹ ਵਿਚਾਰ ਕਰਵਾਉਣਾ ਚਾਹਵੇ ਕਿ ਚੱਲ ਭਾਈ ਤੂੰ ਮੇਰੇ ਨਾਮ ਦੀ ਵਿਚਾਰ ਕਰ, ਤੂੰ ਬਾਣੀ ਦੀ ਵਿਚਾਰ ਕਰ, ਤੂੰ ਸ਼ੁਭ ਗੁਣਾਂ ਦੀ ਵਿਚਾਰ ਕਰ। ਜਿਹਦੇ ਕੋਲੋਂ ਵਿਚਾਰ ਕਰਾਵੇ ਉਹੀ ਕਰ ਸਕਦਾ ਹੈ। ਆਪੇ ਤੋਲਨ ਹਾਰਾ, ਉਹ ਪਰਮਾਤਮਾ ਆਪ ਅਤੁੱਲ ਹੈ, ਉਹਨੂੰ ਕੋਈ ਤੋਲ ਨਹੀਂ ਸਕਦਾ, ਕੋਈ ਮਿਲ ਨਹੀਂ ਸਕਦਾ ਹੈ। ਵਿਚਾਰ ਵੀ ਆਪ ਕਰਵਾਉਂਦਾ ਹੈ, ਸੋਝੀ ਵੀ ਆਪ ਦਿੰਦਾ ਹੈ, ਐਸਾ ਸਮਰੱਥ ਹੈ। ਇਹੋ ਮਨ ਰਤਨ ਜਵਾਹਰ ਮਾਨਕ, ਇਸਕਾ ਮੋਲ ਅਫਾਰਾ। ਇਸ ਮਨ ਦੇ ਵਿੱਚ ਨਾ ਰਤਨ ਕਹਿ ਲਈਏ ਵੈਰਾਗ ਹੈ। ਜਿਵੇਂ ਦੁਨੀਆ ਦੇ ਵਿੱਚ ਰਤਨ ਦਾ ਮੁੱਲ ਨਹੀਂ ਕੋਈ ਪਾ ਸਕਦਾ, ਜਵਾਹਰ ਦਾ ਮੁੱਲ ਨਹੀਂ ਪਾ ਸਕਦਾ, ਮਾਨਕ ਮੋਤੀਆਂ ਦਾ ਮੁੱਲ ਪਾਉਣਾ ਬੜਾ ਔਖਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਜਿਹੜਾ ਤੇਰਾ ਮਨ ਹੈ ਨਾ, ਇਹਦੇ ਵਿੱਚ ਰਤਨ ਕੀ ਹੈ? ਵੈਰਾਗ। ਗੁਰਮੁਖੋ ਵੈਰਾਗ ਮੁੱਲ ਨਹੀਂ ਮਿਲਦਾ ਹੈ। ਤੁਸੀਂ ਜਿੰਨੇ ਮਰਜ਼ੀ ਧਨ ਲੈ ਕੇ ਕਿਸੇ ਦੁਕਾਨ ਬਾਜ਼ਾਰ 'ਤੇ ਜਾਓ ਕਿ ਮੈਨੂੰ ਵੈਰਾਗ ਦੇ ਦਿਓ, ਵੈਰਾਗ ਮਿਲੇਗਾ ਨਹੀਂ। ਨਾ ਕਿਸੇ ਦੁਕਾਨ ਤੋਂ ਮਿਲਣਾ ਹੈ, ਨਾ ਕਿਸੇ ਬਾਜ਼ਾਰ ਤੋਂ ਮਿਲਣਾ ਹੈ। ਦੂਜਾ ਬਚਨ ਹੈ ਜਵਾਹਰ। ਜਵਾਹਰ ਨਾਮ ਹੈ ਗੁਰਮੁਖੋ ਗਿਆਨ ਦਾ। ਨਾ ਹੀ ਤੁਹਾਨੂੰ ਦੁਕਾਨਾਂ ਤੋਂ ਗਿਆਨ ਮਿਲਣਾ ਹੈ। ਦੁਨੀਆ ਦੀ ਭਾਵੇਂ ਜਿੰਨੀ ਮਰਜ਼ੀ ਤੁਸੀਂ ਪੜ੍ਹਾਈ ਕਰ ਲਵੋ, ਜਿਹੜੀ ਮਰਜ਼ੀ ਡਿਗਰੀ ਕਰ ਲਵੋ, ਜਿਹੜਾ ਮਰਜ਼ੀ ਗ੍ਰੰਥ ਪੜ੍ਹ ਲਵੋ, ਜਿਹੜੇ ਮਰਜ਼ੀ ਸਕੂਲ ਜਾ ਕੇ ਆ ਜਾਵੋ, ਆਤਮਿਕ ਗਿਆਨ ਜਿਹੜਾ ਹੈ ਉਹ ਤੁਹਾਨੂੰ ਕਿਤਿਓਂ ਵੀ ਨਹੀਂ ਮਿਲਣਾ ਹੈ। ਇਹ ਗਿਆਨ ਜਿਹੜਾ ਹੈ ਇਹ ਬਾਜ਼ਾਰਾਂ ਤੋਂ ਨਹੀਂ ਮਿਲਦਾ ਹੈ, ਇਹ ਦੁਕਾਨਾਂ ਤੋਂ ਨਹੀਂ ਮਿਲਦਾ ਹੈ। ਜੇ ਇਹ ਗਿਆਨ ਮਿਲਦਾ ਹੋਵੇ ਬਾਜ਼ਾਰਾਂ ਤੋਂ, ਦੁਕਾਨਾਂ ਤੋਂ, ਸਕੂਲਾਂ ਤੋਂ, ਤੇ ਫਿਰ ਦੁਨੀਆ 'ਤੇ ਇੰਨਾ ਕ੍ਰਾਈਮ ਨਾ ਹੋਵੇ, ਇੰਨਾ ਪਾਪ ਨਾ ਹੋਵੇ, ਇੰਨੀ ਲੁੱਟ ਖੋਹ ਨਾ ਹੋਵੇ, ਇੰਨੀ ਚਲਾਕੀ ਨਾ ਹੋਵੇ। ਪਰ ਜੇ ਨਹੀਂ ਮਿਲਦਾ ਤੇ ਤਾਂ ਹੈ ਦੁਨਿਆਵੀ ਪੜ੍ਹਾਈ ਤੇ ਬੰਦੇ ਨੂੰ ਦੁਨੀਆ ਦੀਆਂ ਸ਼ਰਾਰਤਾਂ ਸਮਝਾਉਂਦੀ ਹੈ, ਦੁਨੀਆਦਾਰੀ ਵਾਸਤੇ ਚਲਾਕ ਬਣਾਉਂਦੀ ਹੈ ਦੁਨਿਆਵੀ ਜਿਹੜੀ ਪੜ੍ਹਾਈ ਹੈ। ਪਰ ਦੁਨਿਆਵੀ ਪੜ੍ਹਾਈ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਕੋਈ ਨਹੀਂ ਹੁੰਦੀ ਹੈ। ਮਹਾਰਾਜ ਜੀਆਂ ਦਾ ਬਚਨ ਹੈ ਨਾ, ਸਤਿਗੁਰੂ ਮਹਾਰਾਜ ਕਹਿਣ ਲੱਗੇ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਰੱਬ ਦੀ ਪ੍ਰਾਪਤੀ ਵਿੱਚ ਦੁਨੀਆ ਦੀ ਪੜ੍ਹਾਈ ਦਾ ਕੋਈ ਲੈਣਾ ਦੇਣਾ ਨਹੀਂ ਹੈ। ਜੇ ਦੁਨਿਆਵੀ ਪੜ੍ਹਾਈ ਦੀ ਗੱਲ ਕੀਤੀ ਜਾਵੇ ਤੇ ਫਿਰ ਭਗਤਾਂ ਵੱਲ ਵੇਖੀਏ ਕਿੰਨੇ ਕਿੰਨੇ ਉਹ ਪੜ੍ਹੇ ਸਨ। ਹੋ ਸਕਦਾ ਉਹਨਾਂ ਨੂੰ ਨਾਮ ਲਿਖਣਾ ਵੀ ਨਾ ਆਉਂਦਾ ਹੋਵੇ, ਪਰ ਰੱਬ ਨੂੰ ਪ੍ਰਾਪਤ ਹੋ ਗਏ। ਇਹ ਦੁਨਿਆਵੀ ਪੜ੍ਹਾਈ ਤੇ ਦੁਨੀਆ ਦੀ ਚਲਾਕੀ ਸਿਖਾਉਂਦੀ ਹੈ, ਦੁਨੀਆ ਦਾ ਤਜਰਬਾ ਦੱਸਦੀ ਹੈ, ਦੁਨੀਆ ਦੇ ਕੰਮ ਸਿਖਾਉਂਦੀ ਹੈ। ਪਰਮਾਤਮਾ ਦੀ ਪ੍ਰਾਪਤੀ ਦੁਨਿਆਵੀ ਪੜ੍ਹਾਈ ਦੇ ਨਾਲ ਨਹੀਂ, ਉਹ ਗੁਰੂ ਦੀ ਕਿਰਪਾ ਦੇ ਨਾਲ ਤਾਂ ਹੁੰਦੀ ਹੈ। ਪੜ੍ਹਿਆ ਅਨਪੜ੍ਹਿਆ, ਭਾਵੇਂ ਕੋਈ ਪੜ੍ਹਿਆ ਹੈ ਭਾਵੇਂ ਕੋਈ ਅਨਪੜ੍ਹ ਹੈ, ਰੱਬ ਦੀ ਪ੍ਰਾਪਤੀ ਦੋਨਾਂ ਨੂੰ ਹੀ ਹੈ। ਕਿਉਂਕਿ ਇਹ ਦੁਨਿਆਵੀ ਪੜ੍ਹਾਈ ਰੱਬ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ। ਮਹਾਰਾਜ ਕਹਿਣ ਲੱਗੇ ਇਹ ਮਨ ਰਤਨ ਜਵਾਹਰ। ਜਵਾਹਰ ਨਾਮ ਗਿਆਨ। ਗੁਰਮੁਖੋ ਇਹ ਗੁਰੂ ਦਾ ਗਿਆਨ ਗੁਰੂ ਤੋਂ ਹੀ ਮਿਲਣਾ ਹੈ। ਕਿਸੇ ਬਾਜ਼ਾਰ ਦੁਕਾਨ ਤੋਂ ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਗਿਆਨ ਨਹੀਂ ਮਿਲਣਾ ਹੈ। ਅਗਲਾ ਬਚਨ ਮਹਾਰਾਜ ਕਰਦੇ ਮਾਨਕ। ਮਾਨਕ ਤੋਂ ਭਾਵ ਹੁੰਦਾ ਸ਼ਰਵਨ, ਮੰਨਨ ਤੇ ਨਿਧਿਆਸਨ ਕਰਨਾ। ਪਹਿਲਾਂ ਬਚਨ ਸੁਣਨਾ ਗੁਰੂ ਦਾ, ਫਿਰ ਬਚਨ ਸੁਣ ਕੇ ਉਹਦਾ ਮੰਨਨ ਕਰਨਾ, ਉਹਨੂੰ ਸਤ ਬਚਨ ਕਹਿਣਾ ਵੀ ਮਹਾਰਾਜ ਤੁਸੀਂ ਬਿਲਕੁਲ ਠੀਕ ਆਖਿਆ ਹੈ। ਕੱਲਾ ਠੀਕ ਕਹਿਣਾ ਹੀ ਨਹੀਂ ਰੁਕ ਜਾਣਾ ਹੈ,
ਫਿਰ ਅੱਗੇ ਨਿਧਿਆਸਨ ਕਹੀਏ, ਉਹਦੀ ਕਮਾਈ ਕਰਨੀ ਹੈ, ਲੱਗ ਪੈਣਾ ਕਮਾਈ ਕਰਨ ਵਾਸਤੇ। ਜੋ ਮਹਾਰਾਜ ਨੇ ਆਖਿਆ, ਪਹਿਲਾਂ ਸੁਣਨਾ ਹੈ ਫਿਰ ਮੰਨਣਾ ਹੈ। ਸੁਣਿਆ ਮੰਨਿਆ ਮਨ ਕੀਤਾ ਪਾਓ। ਪਹਿਲਾਂ ਬਚਨ ਸੁਣ, ਫਿਰ ਉਹਨੂੰ ਮੰਨ, ਫਿਰ ਉਹਦੀ ਕਮਾਈ ਕਰ। ਮਹਾਰਾਜ ਕਹਿਣ ਲੱਗੇ, ਇਹੋ ਮਨ ਰਤਨ ਜਵਾਹਰ ਮਾਨਕ। ਇਹ ਮਨ ਜਿਹੜਾ ਹੈ, ਇਹਦੇ ਵਿੱਚ ਹੀ ਰਤਨ ਕਹੀਏ ਵੈਰਾਗ ਹੈ, ਇਹਦੇ ਵਿੱਚ ਹੀ ਗਿਆਨ ਹੈ, ਇਹਦੇ ਵਿੱਚ ਹੀ ਸ਼ਰਵਣ ਮੰਨਨ ਨਿਧਿਆਸਨ ਹੈ। ਤਿਸਕਾ ਮੂਲ ਅਪਾਰਾ, ਇਹਦਾ ਮੁੱਲ ਬੇਅੰਤ ਹੈ। ਦੁਨਿਆਵੀ ਰੁਪਈਏ ਨਾਲ ਇਹਦਾ ਮੁੱਲ ਨਹੀਂ ਪਾਇਆ ਜਾ ਸਕਦਾ, ਨਾ ਖਰੀਦਿਆ ਜਾ ਸਕਦਾ ਹੈ। ਇਹ ਐਸੀ ਕਮਾਈ ਹੈ। ਮੋਲ ਕਿਤਹੀ ਨਾਮ ਪਾਈਏ ਨਾਹੀ, ਨਾਮ ਪਾਈਏ ਗੁਰ ਵਿਚਾਰਾ। ਸਤਿਗੁਰੂ ਕਹਿਣ ਲੱਗੇ, ਨਾਮ ਕਿਤਿਓਂ ਮੁੱਲ ਨਹੀਂ ਮਿਲਦਾ ਹੈ। ਤੁਸੀਂ ਜਿੰਨੀ ਮਰਜ਼ੀ ਦੌਲਤ ਸੋਨਾ ਚਾਂਦੀ ਲੈ ਕੇ ਚਲੇ ਜਾਓ, ਤੇ ਤੁਸੀਂ ਇਹ ਗੱਲ ਕਹੋ ਕਿ ਆ ਸਾਰਾ ਕੁਝ ਹੀ ਲੈ ਲਾ, ਮੈਨੂੰ ਨਾਮ ਦੇ ਦੇ, ਨਹੀਂ ਕੰਚਨ ਸਿਉ ਪਾਈਐ ਨਹੀਂ ਤੋਲ। ਇਹ ਦੁਨਿਆਵੀ ਮਾਇਆ ਦੇ ਨਾਲ ਨਾਮ ਨੂੰ ਮੁੱਲ ਨਹੀਂ ਪਾਇਆ ਜਾਂਦਾ। ਮਹਾਰਾਜ ਨੂੰ ਪੁੱਛਿਆ, ਸਤਿਗੁਰੂ ਫਿਰ ਕਿਵੇਂ ਮਿਲੇ? ਕਹਿਣ ਲੱਗੇ, ਗੁਰ ਕੈ ਸ਼ਬਦ ਵਿਚਾਰਾ। ਗੁਰੂ ਦੀ ਵਿਚਾਰ ਦੇ ਨਾਲ, ਗੁਰੂ ਦੀ ਸਿੱਖਿਆ ਦੇ ਨਾਲ ਮਿਲਦਾ ਹੈ। ਹੁਣ ਬਚਨ ਇਹ ਆਉਂਦਾ ਹੈ, ਭਗਤ ਕਬੀਰ ਜੀ ਬੜੇ ਜ਼ਿਆਦਾ ਗਰੀਬ ਸਨ, ਤੇ ਭਗਤ ਰਵਿਦਾਸ ਜੀ ਵੀ ਬੜੇ ਜ਼ਿਆਦਾ ਗਰੀਬ, ਜੁੱਤੀਆਂ ਗੰਢਦੇ। ਤੇ ਜੇ ਪੈਸੇ ਦੇ ਕੇ ਨਾ ਮਿਲਦਾ ਹੋਵੇ ਤੇ ਇਹਨਾਂ ਦੋਵਾਂ ਭਗਤਾਂ ਨੂੰ ਕਦੇ ਨਹੀਂ ਸੀ ਮਿਲਣਾ, ਕਿਉਂਕਿ ਇਹਨਾਂ ਕੋਲ ਤੇ ਖਾਣ ਵਾਸਤੇ ਪ੍ਰਸ਼ਾਦਾ ਉਹ ਬੜੀ ਮੁਸ਼ਕਲ ਹੈ, ਨਾਮ ਕਿੱਥੋਂ ਖਰੀਦ ਲੈਂਦੇ। ਪਰ ਦੋਨਾਂ ਹੀ ਭਗਤਾਂ ਨੇ ਨਾਮ ਜਪ ਕੇ ਪ੍ਰਾਪਤੀ ਕੀਤੀ ਹੈ। ਪਰਮਾਤਮਾ ਦੇ ਨਾਮ ਦਾ ਸੰਬੰਧ ਦੁਨੀਆ ਦੀ ਮਾਇਆ ਨਾਲ ਨਹੀਂ ਹੈ, ਨਾ ਹੀ ਉਹ ਦੁਨੀਆ ਦੀ ਮਾਇਆ ਨਾਲ ਮਿਲਦਾ ਹੈ। ਉਹ ਮਿਲਦਾ ਹੈ ਗੁਰੂ ਦੀ ਵਿਚਾਰ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ, ਗੁਰੂ ਦੀ ਸੇਵਾ ਕਰਕੇ ਨਾਮ ਮਿਲਦਾ ਹੈ। ਗੁਰਮੁਖ ਹੋਵੈ ਸੋ ਕਾਇਆ ਖੋਜੈ, ਹੋਰ ਸਭ ਭਰਮ ਭੁਲਾਈ। ਜਿਹੜੇ ਗੁਰਮੁਖ ਨੇ ਉਹ ਕਾਇਆ ਦੇ ਵਿੱਚੋਂ ਹੀ ਨਾਮ ਨੂੰ ਲੱਭ ਲੈਂਦੇ, ਕਿਉਂਕਿ ਨਾਮ ਇਸ ਸਰੀਰ ਦੇ ਵਿੱਚ ਹੀ ਹੈ, ਇੱਥੋਂ ਹੀ ਉਸ ਨੂੰ ਲੱਭ ਲੈਂਦੇ ਹਨ। ਬਾਕੀ ਤੇ ਐਵੇਂ ਦੁਨੀਆ ਭਰਮ ਦੇ ਵਿੱਚ ਭੁੱਲੀ ਫਿਰਦੀ ਹੈ, ਕੋਈ ਇੱਧਰ ਨੂੰ ਭੱਜਾ ਜਾਂਦਾ, ਕੋਈ ਉੱਧਰ ਨੂੰ ਦੌੜਿਆ ਜਾਂਦਾ ਹੈ। ਮਹਾਰਾਜ ਕਹਿਣ ਲੱਗੇ, ਦੌੜ ਭੱਜ ਨਾਲ ਕੁਝ ਨਹੀਂ ਬਣਨਾ ਹੈ। ਉਹ ਪਰਮਾਤਮਾ ਤੇਰੇ ਅੰਦਰ ਹੀ ਹੈ, ਜਿਨ੍ਹਾਂ ਨੇ ਪਾਉਣਾ ਹੈ ਉਹਨਾਂ ਨੇ ਅੰਦਰੋਂ ਪਾ ਲਿਆ ਹੈ। ਜਿਸਨੂੰ ਦੇ ਸੋਈ ਜਨ ਪਾਵੈ, ਹੋਰ ਕਿਆ ਕੋ ਕਰੇ ਚਤੁਰਾਈ। ਸਤਿਗੁਰੂ ਜਿਹਨੂੰ ਤੁਸੀਂ ਦਿੰਦੇ ਹੋ ਨਾਮ, ਉਹਨੂੰ ਹੀ ਮਿਲਦਾ ਹੈ। ਜਿੰਨਾ ਚਿਰ ਗੁਰੂ ਦਿੰਦਾ ਨਹੀਂ ਨਾ, ਉਹਨਾਂ ਚਿਰ ਮਿਲਣਾ ਨਹੀਂ ਹੈ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਛਾਲਾਂ ਜਿੰਨੀਆਂ ਮਰਜ਼ੀ ਕੋਈ ਮਾਰੇ, ਜ਼ੋਰ ਜਿੰਨਾ ਮਰਜ਼ੀ ਕੋਈ ਲਾਈ ਜਾਵੇ, ਬਰਕਤ ਉਦੋਂ ਪੈਣੀ ਹੈ ਜਦੋਂ ਗੁਰੂ ਕਿਰਪਾ ਕਰੇਗਾ। ਮਹਾਰਾਜ ਕਹਿਣ ਲੱਗੇ, ਜਿਸਨੂੰ ਦੇ ਸੋਈ ਜਨ ਪਾਵੈ। ਜਿਸ ਨੂੰ ਦਿੰਦੇ ਹੋ ਉਹ ਪ੍ਰਾਪਤ ਕਰਦਾ ਹੈ। ਗੁਰੂ ਦੇ ਅੱਗੇ ਭਾਈ ਚਤੁਰਾਈ ਕੋਈ ਨਹੀਂ ਹੈ। ਬੰਦੇ ਨਾਲ ਅਸੀਂ ਚਤੁਰਾਈ ਕਰ ਸਕਦੇ, ਚਲਾਕੀ ਕਰ ਸਕਦੇ, ਕਿਆ ਕੋ ਕਰੇ ਚਤੁਰਾਈ, ਪਰ ਗੁਰੂ ਪਰਮੇਸ਼ਰ ਅੱਗੇ ਕੋਈ ਚਤੁਰਾਈ, ਕੋਈ ਸਿਆਣਪ, ਕੋਈ ਚਲਾਕੀ ਨਹੀਂ ਹੈ। ਕਾਇਆ ਅੰਦਰ ਭਾਉ ਭਾਉ ਵਸੇ, ਗੁਰ ਪ੍ਰਸਾਦੀ ਪਾਈ। ਇਹ ਸਰੀਰ ਦੇ ਅੰਦਰ ਭਾਉ ਕਹੀਏ, ਜੋ ਪਰਮਾਤਮਾ ਦਾ ਪ੍ਰੇਮ ਵਸਦਾ ਹੈ। ਇਹ ਸਰੀਰ ਦੇ ਵਿੱਚ ਹੀ ਭਉ ਕਹੀਏ, ਡਰ ਵਸਦਾ ਹੈ। ਭਉ ਭਾਉ, ਭਾਉ ਨਾਮ ਪ੍ਰੇਮ, ਭਉ ਨਾਮ ਡਰ। ਗੁਰਮੁਖੋ ਇੱਕ ਕੰਨੇ ਦਾ ਹੀ ਫਰਕ ਹੈ। ਭੱਬੇ ਨੂੰ ਕੰਨਾ ਲਾਈਏ ਤੇ ਭਾਉ, ਭਾਉ ਨਾਮ ਪ੍ਰੇਮ, ਕੰਨਾ ਨਾ ਲਾਈਏ ਤੇ ਭਉ, ਭਉ ਨਾਮ ਡਰ। ਇੱਕ ਅੱਖਰ ਦੇ ਲਾਉਣ ਜਾਂ ਘਟਾਉਣ ਦੇ ਨਾਲ ਉਹਦਾ ਅਰਥ ਬਿਲਕੁਲ ਬਦਲ ਜਾਂਦਾ ਹੈ। ਅੱਖਰ ਤੇ ਦੂਰ ਜੇ ਲਗਾ ਮਾਤਰਾ ਵੀ ਆਪਾਂ ਨਾ ਲਾਈਏ ਤਾਂ ਵੀ ਬਦਲ ਜਾਂਦਾ ਹੈ। ਮਹਾਰਾਜ ਕਹਿਣ ਲੱਗੇ, ਬਚਨ ਇਹ ਇਸ ਸਰੀਰ ਦੇ ਅੰਦਰ ਹੀ ਰੱਬ ਦਾ ਡਰ, ਇਹਦੇ ਅੰਦਰ ਹੀ ਰੱਬ ਦਾ ਪ੍ਰੇਮ ਹੈ। ਪਰ ਇਹ ਮਿਲਦਾ ਗੁਰੂ ਦੀ ਕਿਰਪਾ ਦੇ ਨਾਲ। ਜਿਹਦੇ ਗੁਰੂ ਕਿਰਪਾ ਹੋਵੇ ਨਾ, ਪ੍ਰੇਮ ਵੀ ਉਹਦੇ ਅੰਦਰ ਹੀ ਪੈਦਾ ਹੁੰਦਾ। ਪ੍ਰੇਮ ਕੋਈ ਬਾਹਰੋਂ ਆ ਕੇ ਨਹੀਂ ਅੰਦਰ ਵੜਦਾ ਹੈ, ਜਾਂ ਡਰ ਵੀ ਬਾਹਰੋਂ ਆ ਕੇ ਨਹੀਂ ਤੇਰੇ ਸਰੀਰ ਵਿੱਚ ਵੜਿਆ ਹੈ, ਤੇਰੇ ਅੰਦਰ ਹੀ ਹੈ। ਪਰ ਜਿਨ੍ਹਾਂ ਤੇ ਗੁਰੂ ਕਿਰਪਾ ਕਰਦਾ ਉਹਨਾਂ ਨੂੰ ਪ੍ਰਾਪਤੀ ਹੈ। ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ, ਸਭ ਉਪਤ ਜਿਤ ਸੰਸਾਰਾ। ਸਤਿਗੁਰੂ ਕਹਿਣ ਲੱਗੇ, ਤੇਰੀ ਇਸ ਕਾਇਆ ਦੇ ਅੰਦਰ ਹੀ ਬ੍ਰਹਮਾ ਬੈਠਾ ਹੈ, ਕਾਇਆ ਦੇ ਵਿੱਚ ਹੀ ਵਿਸ਼ਨੂੰ ਬੈਠਾ ਹੈ, ਕਾਇਆ ਦੇ ਵਿੱਚ ਹੀ ਮਹੇਸ਼ਾ ਕੀਏ ਸ਼ਿਵ ਜੀ ਬੈਠਾ ਹੈ। ਇਹ ਸਾਰੀ ਉਤਪਤੀ ਜਿਨ੍ਹਾਂ ਤੋਂ ਹੋਈ ਹੈ, ਫਿਰ ਬਖਸ਼ਿਸ਼ ਕਰਦੇ ਹਨ। ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ, ਸਭ ਉਪਤ ਜਿਤ ਸੰਸਾਰਾ। ਪਾਤਸ਼ਾਹ ਕਹਿਣ ਲੱਗੇ, ਪਰਮਾਤਮਾ ਨੇ ਜਿਨ੍ਹਾਂ ਦੀ ਡਿਊਟੀ ਲਾਈ ਹੈ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ।
ਇੱਕ ਦਾ ਕੰਮ ਹੈ ਦੁਨੀਆ ਪੈਦਾ ਕਰਨੀ, ਦੂਜੇ ਦਾ ਕੰਮ ਹੈ ਦੁਨੀਆ ਪਾਲਣੀ, ਤੀਜੇ ਦਾ ਕੰਮ ਹੈ ਉਹਨਾਂ ਦਾ ਸੰਘਾਰ ਕਰਨਾ। ਇਹ ਜਿਹੜੇ ਤਿੰਨ ਵੱਡੇ ਦੇਵਤੇ ਨੇ ਨਾ ਭਾਈ, ਇਹ ਪ੍ਰਮਾਤਮਾ ਨੇ ਹੀ ਬਣਾਏ ਹਨ, ਪ੍ਰਮਾਤਮਾ ਨੇ ਹੀ ਪੈਦਾ ਕੀਤੇ। ਓਪਤ ਜਿਤ ਸੰਸਾਰਾ, ਕਿਸੇ ਨੂੰ ਪੈਦਾ ਕਰਨ ਵਾਸਤੇ, ਕਿਸੇ ਨੂੰ ਪਾਲਣ ਵਾਸਤੇ, ਕਿਸੇ ਨੂੰ ਸੰਘਾਰਨ ਵਾਸਤੇ ਲਾਇਆ। ਸਾਰੇ ਸੰਸਾਰ ਨੂੰ ਵਿੱਚ ਉਹ ਲੱਗੇ ਹੋਏ। ਪਰ ਗੁਰਮੁਖਾ, ਇਹ ਸਭ ਕੁਝ ਤੇਰੇ ਅੰਦਰ ਹੀ ਹੈ। ਵਿਦਵਾਨਾਂ ਦਾ ਵੱਖਰਾ ਵੱਖਰਾ ਕਥਨ ਹੈ ਕਿ ਜਿਹੜਾ ਬ੍ਰਹਮਾ ਹੈ ਉਹ ਬਿੰਦ ਰੂਪ ਹੋ ਕੇ ਬੈਠਾ ਹੈ, ਇਸੇ ਤਰ੍ਹਾਂ ਜਿਹੜਾ ਵਿਸ਼ਨੂੰ ਹੈ ਉਹ ਮਾਸ ਰੂਪ ਹੋ ਕੇ ਬੈਠਾ ਹੈ, ਜਿਹੜਾ ਸ਼ਿਵਜੀ ਹੈ ਉਹ ਹੱਡੀਆਂ ਰੂਪ ਹੋ ਕੇ ਬੈਠਾ ਹੈ। ਇਸ ਤਰ੍ਹਾਂ ਤੇਰੇ ਸਰੀਰ ਦੇ ਵਿੱਚ ਉਹ ਆਪਣੀ ਆਪਣੀ ਸੇਵਾ ਕਰਦੇ ਪਏ। ਮਹਾਰਾਜ ਇਸ ਤਰ੍ਹਾਂ ਫਿਰ ਇਹ ਆਪਾਂ ਨੂੰ ਉਪਦੇਸ਼ ਜਿਹੜਾ ਹੈ ਉਹ ਇਸ ਤਰ੍ਹਾਂ ਬਖਸ਼ਿਸ਼ ਕਰ ਰਹੇ ਹਨ। ਸੱਚੇ ਆਪਣਾ ਖੇਲ ਰਚਾਇਆ, ਆਵਾ ਗੌਣ ਪਸਾਰਾ। ਸੱਚੇ ਪ੍ਰਮਾਤਮਾ ਨੇ ਆਪਣਾ ਖੇਲ ਰਚਿਆ ਹੈ। ਇਹ ਦੁਨੀਆ ਆਉਣ ਜਾਣ ਦਾ ਇੱਕ ਪਸਾਰਾ ਹੈ। ਆਵਾਗਮਨ, ਆਉਣਾ ਜਾਣਾ, ਇਹ ਦੁਨੀਆ ਆਉਣ ਜਾਣ ਦਾ ਇੱਕ ਪਸਾਰਾ, ਇੱਕ ਖੇਡ ਹੈ। ਪੂਰਾ ਸਤਿਗੁਰ ਆਪ ਦਿਖਾਇਆ, ਸੱਚ ਨਾਮ ਨਿਸਤਾਰਾ। ਗੁਰਾਂ ਨੇ ਜਿੱਤੇ ਕਿਰਪਾ ਕੀਤੀ ਹੈ ਉਸ ਨੂੰ ਹੀ ਪ੍ਰਮਾਤਮਾ ਦੱਸਿਆ ਹੈ। ਸੱਚੇ ਨਾਮ ਦੇ ਨਾਲ ਹੀ ਸੰਸਾਰ ਤੋਂ ਨਿਸਤਾਰਾ, ਪਾਰ ਉਤਾਰਾ ਹੋਣਾ ਹੈ। ਸਾ ਕਾਇਆ ਜੋ ਸਤਿਗੁਰ ਸੇਵਾ, ਸੱਚੇ ਆਪ ਸੁਆਰੀ। ਉਹ ਭਾਈ ਕਾਇਆ ਸਫਲੀ ਹੈ ਜਿਹੜੀ ਗੁਰੂ ਦੀ ਸੇਵਾ ਕਰਦੀ ਹੈ। ਸੱਚੇ ਪ੍ਰਮਾਤਮਾ ਨੇ ਉਸ ਕਾਇਆ ਸਰੀਰ ਨੂੰ ਸਵਾਰਿਆ ਹੈ। ਵੇ ਨਾਵੈ ਦਰ ਢੋਈ ਨਾਹੀ, ਤਾਂ ਜੰਮ ਕਰੇ ਖੁਆਰੀ। ਨਾਮ ਤੋਂ ਬਿਨਾ ਢੋਈ ਨਹੀਂ ਭਾਈ, ਨਾ ਲੋਕ ਦੇ ਵਿੱਚ ਨਾ ਪਰਲੋਕ ਦੇ ਵਿੱਚ। ਵਿਣ ਨਾਵੈ ਦਰ ਢੋਈ ਨਾਹੀ। ਮਹਾਰਾਜ ਕਹਿਣ ਲੱਗੇ ਨਾਮ ਨਹੀਂ ਜਪੇਂਗਾ ਇੱਥੇ ਵੀ ਢੋਈ ਨਹੀਂ ਮਿਲਣੀ ਹੈ। ਇੱਥੇ ਵੀ ਹਰ ਵੇਲੇ ਦੁਰੇ ਦੁਰੇ ਫਟਕਾਰਾਂ ਮਿਲਦੀਆਂ। ਨਾਮ ਨਹੀਂ ਜਪੇਂਗਾ ਤੇ ਪਰਲੋਕ ਦੇ ਵਿੱਚ ਵੀ ਢੋਈ ਨਹੀਂ ਹੈ। ਜੰਮ ਕਰੇ ਖੁਆਰੀ, ਸਗੋਂ ਜੰਮ ਖਰਾਬ ਕਰਦਾ, ਦੁਖੀ ਕਰਦਾ। ਜਿਹੜਾ ਨਾਮ ਨਹੀਂ ਜਪਦਾ ਉਹਨੂੰ ਬੜੀਆਂ ਭਾਰੀ ਸਜ਼ਾਵਾਂ ਦਿੰਦਾ ਹੈ। ਨਾਨਕ ਸੱਚ ਵਡਿਆਈ ਪਾਏ, ਜਿਸਨੂੰ ਹਰ ਕਿਰਪਾ ਧਾਰੀ। ਜਿਹਦੇ ਉੱਪਰ ਪਰਮਾਤਮਾ ਕਿਰਪਾ ਕਰਦਾ ਉਹਨੂੰ ਸੱਚੇ ਨਾਮ ਦੀ ਉਹ ਵਡਿਆਈ ਦਿੰਦਾ ਹੈ। ਉਸ ਨੂੰ ਹੀ ਨਾਮ ਦੀ ਵਡਿਆਈ ਮਿਲੀ ਹੈ ਜਿੱਤੇ ਉਹਨੇ ਕਿਰਪਾ ਕੀਤੀ ਹੈ। ਸਮੇਂ ਦੀ ਸਮਾਪਤੀ, ਫੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਵੇ ਨਾਵੈ ਦਰ ਢੋਈ ਨਾਹੀ, ਤਾਂ ਜੰਮ ਕਰੇ ਖੁਆਰੀ। ਨਾਨਕ ਸੱਚ ਵਡਿਆਈ ਪਾਏ, ਜਿਸਨੂੰ ਹਰ ਕਿਰਪਾ ਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੱਜ ਜੋ ਸ਼ਾਮ ਦੇ ਦੀਵਾਨ ਹਨ, ਪ੍ਰਭ ਮਿਲਣੇ ਕਾ ਚਾਓ ਜੋ ਸੰਸਥਾ ਹੈ, ਉਹਨਾਂ ਦੇ ਵੱਲੋਂ ਆਪਣੇ ਇਸ ਗੁਰੂ ਘਰ ਵਿਖੇ ਅੱਜ ਰਾਤ ਦੇ ਦੀਵਾਨ ਸਜਾਏ ਜਾਣਗੇ। ਨਾਲ ਨਾਲ ਗੁਰੂ ਕੇ ਲੰਗਰ ਆਪ ਸੰਗਤਾਂ ਵਾਸਤੇ ਤਿਆਰ ਹੋਣਗੇ। ਬੇਨਤੀ ਹੈ ਕਿ ਆਪ ਸੰਗਤਾਂ ਨੇ ਰਾਤ ਦੇ ਦੀਵਾਨ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ। ਸੋ 6:45 ਵਜੇ ਰਹਿਰਾਜ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਹੁੰਦੀ ਹੈ ਸ੍ਰੀ ਮੁਖਵਾਕ ਹੋ ਕਰਕੇ। ਉਸ ਤੋਂ ਉਪਰੰਤ ਇਹ ਪ੍ਰਭ ਮਿਲਣੇ ਕਾ ਚਾਓ ਜਿਹੜੀ ਸੰਸਥਾ ਹੈ, 6:45 ਵਜੇ ਉਹਨਾਂ ਦੇ ਦੀਵਾਨ ਜਿਹੜੇ ਹਨ ਉਹ ਸ਼ੁਰੂ ਹੋਣਗੇ। ਆਪ ਸੰਗਤਾਂ ਵਾਸਤੇ ਲੰਗਰ ਪ੍ਰਸ਼ਾਦੇ ਵੀ ਤਿਆਰ ਹੋਣਗੇ। ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਇਹ ਅੱਜ ਸ਼ਾਮ ਦਾ ਦੀਵਾਨ ਉਹਨਾਂ ਦੇ ਵੱਲੋਂ ਸਜਾਇਆ ਜਾ ਰਿਹਾ ਹੈ। ਇਹ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।